स्वागत। मेरे खंभां च ऐनी को परवाज है, जे मैं चाहां ते अंबर भी सर कर लवां। ਇਹ ਨਾ ਸਮਝੀ ਕਿ ਉੱਡਣਾ ਨਹੀਂ ਜਾਣਦੀ, ਤੇਰੇ ਕਦਮਾਂ 'ਚ ਜੇ ਮੈਂ ਬਸਰ ਕਰ ਲਵਾਂ। ਕੁਝ ਇਹੋ ਜਿਹਾ ਜਜ਼ਬਾ, ਕੁਝ ਇਹੋ ਜਿਹਾ ਜਨੂਨ ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ ਪਸੰਦੀਦਾ ਪ੍ਰੋਗਰਾਮ ਗੱਲਾਂ ਤੇ ਗੀਤ। ਮੈਂ ਹਾਂ ਨੀਤੂ ਤੇ ਮੈਂ ਹਾਂ ਜੀ ਤੁਹਾਡਾ ਆਪਣਾ ਚਰਨਜੀਤ ਜੋਗੀ। ਨੀਤੂ ਅੱਜ ਬੜੀ ਸ਼ੇਰੋ ਸ਼ਾਇਰੀ ਹੋ ਰਹੀ ਹੈ। ਇਦਾਂ ਹੀ ਹੈ, ਸਿੱਖੀ ਹੈ ਤੁਹਾਡੇ ਕੋਲੋਂ। ਜਿਹੜੀ ਵੀ ਚੀਜ਼ ਕਿਤੋਂ ਵੀ ਸਾਨੂੰ ਕੋਈ ਚੰਗੀ ਮਿਲੇ ਨਾ, ਸਿੱਖਣੀ ਜ਼ਰੂਰ ਚਾਹੀਦੀ ਹੈ। ਔਰ ਜਿਹੜਾ ਬੰਦਾ ਹਮੇਸ਼ਾ ਸਿਖਾਂਦਰੂ ਰਹਿੰਦਾ ਨਾ, ਉਹ ਅੱਗੇ ਵੱਧਦਾ ਰਹਿੰਦਾ। ਤੇ ਅੱਜ ਅਸੀਂ ਸੱਚਮੁੱਚ ਇਹ ਸ਼ਾਇਰੀ ਦੇ ਵਲਵਲੇਵੇਂ ਜਿਹੜੇ ਆ, ਦਿਲ ਕਰਦਾ ਕਿ ਸਿੱਖੀਏ। ਜੋ ਕਿ ਮੇਰਾ ਨਾ ਤਾਂ ਅੱਜ ਰੋਮਾਂਸਵਾਦ ਵੱਲ ਜਾਣ ਨੂੰ ਦਿਲ ਕਰਦਾ ਪਿਆ, ਸੱਚੀ ਦੱਸਾਂ ਤੇ ਕਦੀ ਕਦੀ ਦਿਲ ਕਰਦਾ ਕੁੜੀਆਂ ਵਾਲੀ ਸ਼ਾਇਰੀ ਸ਼ੁਰੂ ਕਰ ਦੇਵਾਂ, ਕਦੀ ਕਦੀ ਦਿਲ ਕਰਦਾ ਹੈ ਕਿ ਕੁਝ ਇਹੋ ਜਿਹਾ ਜਿਹਦੇ ਵਿੱਚ ਥੋੜਾ ਧਾਰਮਿਕ ਵੀ ਹੋਵੇ। ਪਤਾ ਨਹੀਂ ਕਿਉਂ ਅੱਜ ਨਾ ਮਿਕਸ ਜੀ ਸ਼ਾਇਰੀ ਕਰਨ ਨੂੰ ਦਿਲ ਕਰਦਾ ਪਿਆ ਮੇਰਾ। ਬਗਾਵਤ ਵੀ ਹੋਣੀ ਚਾਹੀਦੀ ਹੈ, ਪੈਰਾਂ ਦੀਆਂ ਬੇੜੀਆਂ ਨੂੰ ਤੋੜਨਾ ਵੀ ਪਏਗਾ। ਸਮਾਜ ਦੀਆਂ ਵਲਗਣਾਂ ਤੋਂ ਬਾਹਰ ਨਿਕਲ ਕੇ ਕੱਲੀ ਚੁੱਲ੍ਹੇ ਚੌਂਕੇ ਤੇ ਜ਼ਿੰਦਗੀ ਨਹੀਂ ਨਾ ਹੁੰਦੀ, ਜ਼ਿੰਦਗੀ ਤੇ ਬਾਹਰ ਵੀ ਹੁੰਦੀ ਹੈ। ਕੁਝ ਅਜਿਹੀ ਹੀ ਜ਼ਿੰਦਗੀ ਮਾਣੀ ਹੈ ਉਸ ਸ਼ਖਸੀਅਤ ਨੇ ਕਿ ਜਿਹੜੀ ਅੱਜ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਸਾਡੇ ਨਾਲ ਖਾਸ ਆਪਣੀ ਜ਼ਿੰਦਗੀ ਦੇ ਕੁਝ ਪੰਨੇ ਫਰੋਲੇਗੀ। ਤੇ ਅਸੀਂ ਤੁਹਾਡਾ ਰਸਮੀ ਤਾਰਫ ਕਰਵਾ ਦਈਏ। ਗੱਲਾਂ ਤੇ ਗੀਤ ਵਿੱਚ ਅੱਜ ਸਾਡੇ ਨਾਲ ਸ਼ਾਮਿਲ ਹੈ ਜੀ ਸ਼ਾਇਰੀ ਦਾ ਉਹ ਵਗਦਾ ਹੋਇਆ ਚਸ਼ਮਾ ਸੁਖਵਿੰਦਰ ਅੰਮ੍ਰਿਤ ਜੀ, ਜਿਨ੍ਹਾਂ ਦੀ ਅਸੀਂ ਤਾਰਫ ਤੁਹਾਡੇ ਨਾਲ ਕਰਵਾ ਰਹੇ। ਵੈਸੇ ਤਾਂ ਜਾਣ ਪਛਾਣ ਦੇ ਮੁਹਤਾਜ ਨਹੀਂ, ਕਿਉਂਕਿ ਉਹਨਾਂ ਨੇ ਲਗਭਗ ਦਰਜਨ ਦੇ ਕਰੀਬ ਕਿਤਾਬਾਂ ਜਿਹੜੀਆਂ ਨੇ ਉਹ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪਾਈਆਂ ਹੋਈਆਂ ਨੇ। ਸੂਰਜ ਦੀ ਦਹਿਲੀਜ਼ ਦੇ ਨਾਲ ਉਹਨਾਂ ਨੇ ਦੁਨੀਆ ਦੀ ਦਹਿਲੀਜ਼ ਦੇ ਉੱਪਰ, ਸਾਹਿਤਕ ਦੁਨੀਆ ਦੀ ਦਹਿਲੀਜ਼ ਦੇ ਉੱਪਰ ਆਪਣਾ ਕਦਮ ਰੱਖਿਆ ਤੇ ਅੱਜ ਸਾਡੇ ਨਾਲ ਨੇ ਗੱਲਾਂ ਤੇ ਗੀਤ ਵਿੱਚ। ਤੁਹਾਡਾ ਸਭ ਤੋਂ ਪਹਿਲਾਂ ਤਾਂ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਜੀ। ਸਵਾਗਤ ਜੀ, ਮਿਹਰਬਾਨੀ ਜੀ। ਸੁਖਵਿੰਦਰ ਤੋਂ ਸੁਖਵਿੰਦਰ ਅੰਮ੍ਰਿਤ ਹੈ ਨਾ ਜੀ। ਸਦਰਪੁਰਾ ਜਿੱਥੋਂ ਸੁਖਵਿੰਦਰ ਅੰਮ੍ਰਿਤ ਦੀ ਜਗ੍ਹਾ ਸਿਰਫ ਸੁਖਵਿੰਦਰ ਨਿਕਲੀ ਸੀ ਜੀ, ਉਹਦੇ ਤੋਂ ਲੈ ਕੇ ਤੇ ਤੁਹਾਡੇ ਪਾਠਕਾਂ ਤੱਕ ਦਾ ਜਿਹੜਾ ਸਫ਼ਰ ਸੀ ਉਹ ਕਿਹੋ ਜਿਹਾ ਰਿਹਾ? ਬਹੁਤ ਦਿਲਕਸ਼ ਰਿਹਾ, ਬਹੁਤ ਚੁਣੌਤੀਆਂ ਭਰਿਆ ਰਿਹਾ ਜੀ, ਔਰ ਬਹੁਤ ਮਾਣ ਭਰਿਆ, ਬਹੁਤ ਖੁਸ਼ੀ ਭਰਿਆ ਵੀ ਰਿਹਾ। ਕਿਉਂਕਿ ਚੁਣੌਤੀਆਂ ਤਾਂ ਸ਼ੁਰੂਆਤ ਵਿੱਚ ਆਈਆਂ ਸੀਗੀਆਂ, ਔਰ ਚੁਣੌਤੀਆਂ ਨਾਲ ਜੂਝਦੀ ਜਦੋਂ ਮੈਂ ਉੱਥੇ ਤੱਕ ਪਹੁੰਚੀ, ਜਦੋਂ ਮੈਨੂੰ ਪਾਠਕਾਂ ਨੇ ਪ੍ਰਵਾਨ ਕਰ ਲਿਆ, ਮੇਰੀ ਕਵਿਤਾ ਨੂੰ ਉਹਨਾਂ ਨੇ ਪੜ੍ਹਨਾ, ਮਾਨਣਾ ਔਰ ਹੰਗਾਰੇ ਭਰਨੇ ਸ਼ੁਰੂ ਕੀਤੇ ਜੀ, ਤਾਂ ਫਿਰ ਮੈਨੂੰ ਲੱਗਿਆ ਕਿ ਮੈਂ ਠੀਕ ਹਾਂ, ਮੈਂ ਮੁਕੰਮਲ ਹਾਂ। ਕਿਉਂਕਿ ਮੈਂ ਜਿਵੇਂ ਕਹਿੰਦੀ ਹਾਂ ਨਾ ਵੀ ਜੇ ਕਹਿ ਦੇ ਤੂੰ ਮੈਨੂੰ ਮੈਂ ਕਰਦਾ ਪਿਆਰ ਤੈਨੂੰ, ਕਰ ਦੇਣਗੇ ਮੁਕੰਮਲ ਇਹ ਲਫ਼ਜ਼ ਚਾਰ ਮੈਨੂੰ। ਸੋ ਜਦੋਂ ਪਾਠਕਾਂ ਨੇ, ਸਰੋਤਿਆਂ ਨੇ ਮੇਰੀ ਕਵਿਤਾ ਨੂੰ ਪਿਆਰ ਕੀਤਾ, ਹੰਗਾਰਾ ਭਰਿਆ, ਤਾਂ ਮੇਰੀ ਕਵਿਤਾ ਮੁਕੰਮਲ ਹੋ ਗਈ। ਕਿਉਂਕਿ ਕਵਿਤਾ ਉਹਨਾਂ ਚਿਰ ਮੁਕੰਮਲ ਨਹੀਂ ਹੁੰਦੀ ਜਦੋਂ ਉਹ ਆਪਣੇ ਪਾਠਕਾਂ ਦੇ ਮਨਾਂ ਤੱਕ ਨਹੀਂ ਪਹੁੰਚਦੀ। ਸੋ ਉਹਨਾਂ ਦੇ ਪਿਆਰ ਨਾਲ ਮੁਕੰਮਲ ਹੋਈ ਜੀ। ਅਸੀਂ ਇਹ ਜਾਣਨਾ ਚਾਹੀਏ ਕਿ ਲਿਖਣ ਦੀ ਚੇਟਕ ਕਿੱਥੋਂ ਲੱਗੀ ਆ, ਕਿਉਂਕਿ ਜਿਵੇਂ ਮੈਂ ਪਹਿਲਾਂ ਹੀ ਤੁਹਾਨੂੰ ਕਹਿ ਚੁੱਕਿਆ ਕਿ ਸਾਡੇ ਨਾਲ ਅੱਜ ਸ਼ਾਇਰੀ ਦਾ, ਕਵਿਤਾ ਦਾ, ਗਜ਼ਲ ਦਾ ਇੱਕ ਵਗਦਾ ਹੋਇਆ ਦਰਿਆ ਆ, ਇੱਕ ਐਸਾ ਚਸ਼ਮਾ ਕਿ ਜਿਹਦੇ ਵਿੱਚੋਂ ਚੂੜੀਆਂ ਭਰ ਭਰ ਕੇ ਪੀਣ ਨੂੰ ਦਿਲ ਕਰਦਾ ਹੈ। ਤੇ ਅਸੀਂ ਕਿਉਂ ਨਾ ਅਗਲਾ ਸਵਾਲ ਕਰਨ ਦੀ ਬਜਾਏ ਕੋਈ ਇੱਕ ਸਾਹਿਤਕ ਜਿਹਾ ਰੰਗ ਹੋ ਜਾਵੇ ਤੁਹਾਡਾ ਆਪਣਾ, ਜੋ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਵੇ। ਇਸ ਵੇਲੇ ਜੋ ਮੇਰੇ ਮਨ ਦੇ ਨੇੜੇ ਆ, ਮੇਰੀ ਇੱਕ ਗਜ਼ਲ ਆ, ਮੈਂ ਕਾਫੀ ਪੜ੍ਹਦੀ ਹਾਂ ਤੇ ਅੱਜ ਮੇਰਾ ਜੀ ਕਰਦਾ ਵੀ ਮੈਂ ਤੁਹਾਨੂੰ ਉਹੀ ਸੁਣਾਵਾਂ ਸ਼ੁਰੂਆਤ ਵਿੱਚ ਜੀ। ਹਵਾ ਕੀ ਕਰ ਲਊਗੀ ਚਿਹਰਿਆਂ ਤੇ ਧੂੜ ਪਾ ਕੇ, ਵਾਹ। ਹਵਾ ਕੀ ਕਰ ਲਊਗੀ ਚਿਹਰਿਆਂ ਤੇ ਧੂੜ ਪਾ ਕੇ, ਤੂੰ ਆਪਣੀ ਆਤਮਾ ਦਾ ਹੁਸਨ ਬਸ ਰੱਖੀ ਬਚਾ ਕੇ। ਕੀ ਬਾਤ ਹੈ, ਬਹੁਤ ਖੂਬ। ਮੈਂ ਫਿਰ ਤਰਤੀਬ ਵਿੱਚ ਰੱਖੇ ਨੇ ਟੁਕੜੇ ਜ਼ਿੰਦਗੀ ਦੇ, ਮੈਂ ਫਿਰ ਤਰਤੀਬ ਵਿੱਚ ਰੱਖੇ ਨੇ ਟੁਕੜੇ ਜ਼ਿੰਦਗੀ ਦੇ, ਹਵਾ ਨੇ ਫਿਰ ਮੈਨੂੰ ਵੇਖਿਆ ਹੈ ਮੁਸਕਰਾ ਕੇ। ਬਹੁਤ ਖੂਬ। ਤੁਸੀਂ ਵੀ ਉਸ ਦੀਆਂ ਗੱਲਾਂ 'ਚ ਆ ਗਏ, ਹੱਦ ਹੋ ਗਈ। ਤੁਸੀਂ ਵੀ ਉਸ ਦੀਆਂ ਗੱਲਾਂ 'ਚ ਆ ਗਏ, ਹੱਦ ਹੋ ਗਈ। ਉਹ ਜੰਗਲ ਫੂਕ ਦਿੰਦਾ ਹੈ ਅਗਰਬੱਤੀ ਜਲਾ ਕੇ। ਬਹੁਤ ਅੱਛਾ, ਬਹੁਤ ਅੱਛਾ। ਤੇਰੀ ਜਾਦੂਗਰੀ ਦਾ ਸ਼ਹਿਰ ਵਿੱਚ ਚਰਚਾ ਬੜਾ ਹੈ। ਵਾਹ ਜੀ ਵਾਹ। ਤੇਰੀ ਜਾਦੂਗਰੀ ਦਾ ਸ਼ਹਿਰ ਵਿੱਚ ਚਰਚਾ ਬੜਾ ਹੈ, ਤੂੰ ਰੱਖ ਦਿੰਦਾ ਹੈ ਹਰ ਇੱਕ ਲਹਿਰ ਨੂੰ ਰੇਤਾ ਬਣਾ ਕੇ। ਤੂੰ ਆਪਣੀ ਪਿਆਸ ਦੇ ਟੁਕੜੇ ਹੀ ਕਿਉਂ ਨਹੀਂ ਜੋੜ ਲੈਂਦਾ ਜੀ, ਤੂੰ ਆਪਣੀ ਪਿਆਸ ਦੇ ਟੁਕੜੇ ਹੀ ਕਿਉਂ ਨਹੀਂ ਜੋੜ ਲੈਂਦਾ, ਕਿ ਮੁੜ ਮੁੜ ਵੇਖਦਾ ਹੈ ਪਾਣੀਆਂ ਵਿੱਚ ਲੀਕ ਪਾ ਕੇ। ਵਾਹ, ਬਹੁਤ ਖੂਬ ਜੀ, ਬਹੁਤ। ਔਰ ਇਹਦਾ ਇੱਕ ਸ਼ੇਰ ਹੋਰ ਮੈਂ ਸੁਣਾਉਣਾ ਚਾਹੁੰਦੀ ਹਾਂ ਜੀ, ਇਰਸ਼ਾਦ। ਉਹਦੇ ਬੋਲਾਂ ਦੀਆਂ ਜ਼ੰਜੀਰੀਆਂ ਜੇ ਤੋੜ ਦੇਵਾਂ, ਉਹਦੇ ਬੋਲਾਂ ਦੀਆਂ ਜ਼ੰਜੀਰੀਆਂ ਜੇ ਤੋੜ ਦੇਵਾਂ,
ਉਹ ਮੈਨੂੰ ਪਕੜ ਲੈਂਦਾ ਹੈ ਨਜ਼ਰ ਦਾ ਜਾਲ ਪਾ ਕੇ। ਕੀ ਬਾਤ ਹੈ, ਕੀ ਬਾਤ ਹੈ, ਬਹੁਤ ਬਹੁਤ ਮੈਨੂੰ ਖੂਬ। ਪਕੜ ਔਰ ਲੈਂਦਾ। ਨੀਤੂ ਆਹੀ ਜਿਹੜੀਆਂ ਚੀਜ਼ਾਂ ਸੀ ਨਾ, ਔਰ ਕਿਉਂਕਿ ਇਹ ਸਾਡੇ ਦਿਲ ਨੂੰ ਟੁੰਬਦੀਆਂ ਨੇ। ਬਿਲਕੁਲ। ਸ਼ਾਇਰੀ ਜਿਹੜੀ ਹੈ ਸਾਡੇ ਜ਼ਿੰਦਗੀ ਦਾ ਇੱਕ ਅਨਿੱਖੜਵਾਂ ਅੰਗ ਹੈ। ਜੀ। ਇਹਨਾਂ ਦਾ ਹੀ ਇੱਕ ਸ਼ੇਅਰ ਇਹਨਾਂ ਨੂੰ ਹੀ ਪੇਸ਼ ਕਰ ਰਹੇ ਹਾਂ ਜੀ। ਕਿ ਹੱਸੀਏ ਜਾਂ ਰੋਲੀਏ, ਕਦੇ ਦਿਲ ਤਾਂ ਫਰੋਲੀਏ, ਚੁੱਪਚਾਪ ਤੁਰ ਨਾ ਜਾਈਏ ਇਸ ਫਾਨੀ ਜਹਾਨ ਤੋਂ। ਔਰ ਅੱਜ ਅਸੀਂ ਇਹਨਾਂ ਦੀ ਜ਼ਿੰਦਗੀ ਦੇ ਪੰਨੇ ਫਰੋਲ ਰਹੇ ਹਾਂ। ਤੇ ਲਿਖਣ ਦੀ ਚੇਟਕ ਜਿਹੜੀ ਹੈ ਇਹ ਮਨ ਦੇ ਵਿੱਚ, ਇਹ ਕਦੋਂ ਇਹ ਬੂਟਾ ਉੱਗ ਪਿਆ? ਇਹ ਬਸ ਸੁਰਤ ਸੰਭਾਲਣ ਦੇ ਨਾਲ ਹੀ ਜਿਹੜੀ ਕਵਿਤਾ ਉਹ ਮੇਰੇ ਕੋਲੇ ਆ ਗਈ ਜੀ। ਔਰ ਮੈਂ ਗੀਤਾਂ ਨੂੰ ਸੁਣਦੀ ਗੀਤ ਚੰਗੇ ਲੱਗਦੇ ਸੀਗੇ ਜੀ। ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਆਪ ਵੀ ਗੀਤਾਂ ਦੀਆਂ ਤੁਕਾਂ ਜੋੜਨ ਲੱਗ ਪਈ ਤੇ ਗੀਤ ਬਣਨੇ ਲੱਗ ਗਏ। ਵਾਹ। ਬਸ ਮੈਨੂੰ ਇਹੀ ਲੱਗਦਾ ਵੀ ਇਹ ਕੁਦਰਤ ਦੀ ਬਖਸ਼ਿਸ਼ ਆ। ਇਹਦਾ ਮੇਰਾ ਆਪਣਾ ਕੋਈ ਰੋਲ ਨਹੀਂ ਹੈਗਾ। ਕਵਿਤਾ ਮੈਨੂੰ ਉਹਦੀ ਬਸ ਦਾਤ ਹੀ ਲੱਗਦੀ ਆ। ਕੀ ਬਾਤ ਹੈ। ਤੁਹਾਡੀਆਂ ਗੱਲਾਂ ਸੁਣ ਕੇ ਨਾ ਮੈਨੂੰ ਤੁਹਾਡੀ ਇੱਕ ਕਵਿਤਾ ਯਾਦ ਆ ਗਈ ਕਿ ਖਾਣ ਨੂੰ ਤੈਨੂੰ ਖੀਰ ਦਊਂਗੀ, ਨਾਲ ਪਕਾ ਦੂੰ ਪੂੜਾ, ਬਹਿਣ ਨੂੰ ਤੈਨੂੰ ਕੁਰਸੀ ਦਊਂਗੀ ਤੇ ਬਹਿਣ ਲੇਟਣ ਨੂੰ ਨਾਲ ਪੰਗੂੜਾ, ਤੇ ਵਾਹ ਕੇ ਵਾਲ ਲਾ ਕੇ ਤੇਲ ਤੇਰੇ ਵਾਧੂ ਬੋਦੇ ਤੇ ਸਿਰ ਤੇ ਕਰ ਦੂ ਜੂੜਾ, ਜੇ ਮੇਰਾ ਪੁੱਤ ਬਣਨਾ ਲਿਖ ਕੇ ਵਿਖਾ ਦੇ ਊੜਾ। ਤੇ ਇੱਕ ਇਹਦੇ ਵਿੱਚ ਨਾ ਮੈਨੂੰ ਬੜਾ ਵਧੀਆ ਲੱਗਾ ਜੋਗੀ ਕਿ ਪੰਜਾਬੀ ਨੂੰ ਵੀ ਜਿਹੜੇ ਨਾ ਸਾਡੇ ਮੈਡਮ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਸੁਖਵਿੰਦਰ ਅੰਮ੍ਰਿਤ, ਔਰ ਪੰਜਾਬੀ ਦੇ ਵਾਸਤੇ ਵੀ ਬਹੁਤ ਕੁਝ ਲਿਖਿਆ ਹੈ ਇਹਨਾਂ ਨੇ। ਤੇ ਜੇ ਅਸੀਂ ਗੱਲ ਕਰਦੇ ਹਾਂ ਤੁਹਾਡੇ ਆਪਣੇ ਸ਼ੁਰੂਆਤੀ ਦੌਰ ਦੀ, ਤੇ ਸ਼ੁਰੂਆਤੀ ਦੌਰ ਦੇ ਵਿੱਚ ਤੁਸੀਂ ਕਿਹੋ ਜਿਹਾ ਲਿਖਦੇ ਸੀ, ਕੀ ਲਿਖਦੇ ਸੀ? ਸ਼ੁਰੂਆਤੀ ਦੌਰ ਵਿੱਚ ਜਿਵੇਂ ਮੈਂ ਦੱਸਿਆ ਵੀ ਬਹੁਤ ਮੈਂ ਨਿਆਣੀ ਉਮਰ ਦੇ ਵਿੱਚ ਹੀ ਹੈ ਨਾ ਕਵਿਤਾ ਨੂੰ ਮੰਨਣ ਲੱਗ ਪਈ ਤੇ ਤੁਕਾਂ ਜੋੜਨ ਲੱਗ ਪਈ। ਤਾਂ ਉਦੋਂ ਬਹੁਤ ਮੇਰਾ ਨਿਆਣਾ ਮਨ ਸੀ, ਨਿਆਣੀ ਸੋਚ ਸੀ। ਸੋ ਮੇਰੇ ਜਿਹੜੇ ਗੀਤਾਂ ਦੇ ਵਿਸ਼ੇ ਹੁੰਦੇ ਸੀ ਮੇਰੀਆਂ ਕਵਿਤਾਵਾਂ ਦੇ, ਉਹ ਮੇਰੇ ਜਾਂ ਤਾਂ ਸਕੂਲ ਨਾਲ ਸੰਬੰਧਿਤ ਹੁੰਦੇ ਸੀ, ਉਹਦੇ 'ਚ ਸਹੇਲੀਆਂ ਦੇ ਨਾਮ ਹੁੰਦੇ ਸੀ, ਉਹਦੇ ਵਿੱਚ ਔਖੀ ਪੜ੍ਹਾਈ ਬਾਰੇ ਗੱਲਾਂ ਹੁੰਦੀਆਂ ਸੀਗੀਆਂ, ਤੇ ਜਾਂ ਫਿਰ ਖੇਤੀਬਾੜੀ ਕਰਦੇ ਸੀ ਮੇਰੇ ਮਾਪੇ ਤਾਂ ਖੇਤਾਂ ਦੀਆਂ ਗੱਲਾਂ ਹੁੰਦੀਆਂ ਸੀ, ਫਸਲਾਂ ਦੀਆਂ ਗੱਲਾਂ ਹੁੰਦੀਆਂ ਸੀ ਨਿੱਕੀਆਂ ਨਿੱਕੀਆਂ ਇੱਦਾਂ ਦੇ। ਜਿਵੇਂ ਮੰਨ ਲਓ ਵੀ ਮੈਂ ਜਦੋਂ 7ਵੀਂ 'ਚ ਪੜ੍ਹਦੀ ਸੀ ਤਾਂ 6ਵੀਂ 'ਚ ਪੜ੍ਹਦੀ ਸੀ, ਸਾਨੂੰ ਅੰਗਰੇਜ਼ੀ ਦਾ ਕਾਇਦਾ ਲੱਗਿਆ ਤਾਂ ਮੈਨੂੰ ਅੰਗਰੇਜ਼ੀ ਬਹੁਤ ਔਖੀ ਲੱਗਦੀ ਸੀਗੀ। ਤੇ ਜਦੋਂ 7ਵੀਂ 'ਚ ਮੈਂ ਪੜ੍ਹਨ ਲੱਗੀ ਤਾਂ ਸਾਨੂੰ ਅਲਜਬਰਾ ਲੱਗ ਗਿਆ, ਉਹ ਉਦੋਂ ਵੀ ਜ਼ਿਆਦਾ ਔਖਾ ਲੱਗਦਾ ਸੀ, ਪਤਾ ਹੀ ਨਹੀਂ ਸੀ ਲੱਗਦਾ ਵੀ ਕੀ ਹੁੰਦਾ। ਉਹਦਾ ਪੰਜਾਬੀ 'ਚ ਹੁੰਦਾ ਸੀਗਾ ਤੇ ਕੱਕਾ ਜਮਾ ਖੱਖਾ ਇੰਨਾ ਹਨਾ, ਬ੍ਰੈਕਟ ਬੰਦ ਕਰੋ, ਕੱਕੇ ਦੀ 2 ਪਤਾ ਨਹੀਂ ਖੱਖੇ ਦੀ 1 ਇਦਾਂ ਕੁਛ ਹੁੰਦਾ ਸੀਗਾ ਨਾ, ਉੱਤੇ ਲਾਏ ਹੁੰਦੇ ਸੀਗੇ ਨਾ। ਤਾਂ ਮੈਂ ਕਿਹਾ ਵੀ ਇਹ ਤਾਂ ਬਾਹਲੇ ਔਖੀ ਹੋ ਗਈ ਪੜ੍ਹਾਈ। ਉਹ ਇੱਕ ਦਿਨ ਨਾ ਮੈਂ ਬਸਤੇ ਦੇ ਵਿੱਚ ਕਿਤਾਬਾਂ ਪਾਉਂਦੀ ਸੀਗੀ, ਜਿਵੇਂ ਬਸਤਾ ਆਪਾਂ ਢੇਰੀ ਕਰਕੇ ਕੋਈ ਚੀਜ਼ ਵਿੱਚੋਂ ਲੱਭਦੇ ਹਾਂ, ਆਪਣਾ ਪੈਨ ਪੈਨਸਲ ਅਸੀਂ ਉਦੋਂ ਲੱਭਦੇ ਹੁੰਦੇ ਜਿਵੇਂ। ਤੇ ਫਿਰ ਮੈਂ ਢੇਰੀ ਕਰਕੇ ਦੁਬਾਰਾ ਜਦੋਂ ਕਿਤਾਬਾਂ ਪਾਉਣ ਲੱਗੀ ਨਾ, ਜਦੋਂ ਮੈਂ ਅੰਗਰੇਜ਼ੀ ਦੀ ਕਿਤਾਬ ਪਾਈ ਤੇ ਮੈਂ ਕਿਹਾ ਹਾਈ ਨਹੀਂ ਅੰਗਰੇਜ਼ੀ, ਮੇਰੇ ਅੰਦਰੋਂ ਹੌਕਾ ਜਿਹਾ ਨਿਕਲਿਆ ਹਨਾ। ਫਿਰ ਦੂਜੀ ਕਿਤਾਬ ਅਲਜਬਰੇ ਦੀ ਆ ਗਈ, ਮੈਂ ਕਿਹਾ ਹਾਈ ਨਹੀਂ ਅਲਜਬਰਾ। ਤੇ ਨਾ ਮੈਂ ਅੰਗਰੇਜ਼ੀ ਅਲਜਬਰਾ ਐ ਕਰਦੀ ਨਾ ਮੈਂ ਗੁਣਗੁਣਾਉਣ ਲੱਗ ਗਈ। ਤੇ ਉਹ ਨਾ ਉਦੋਂ ਗੀਤ ਹੁੰਦਾ ਸੀਗਾ ਵੱਜਦਾ ਰੇਡੀਓ 'ਚ, ਹਾਈ ਨੀ ਮੇਰਾ ਬਾਲਮ, ਹਾਈ ਬੜਾ ਜ਼ਾਲਮ। ਤੇ ਉਹ ਨਾ ਮੈਂ ਉਸ ਤਰਜ਼ ਤੇ ਨਾ ਉਹ ਗੁਣਗੁਣਾਉਣ ਲੱਗ ਪਈ, ਹਾਈ ਨੀ ਅੰਗਰੇਜ਼ੀ, ਹਾਈ ਨੀ ਅਲਜਬਰਾ। ਤੇ ਫਿਰ ਮੈਂ ਉਹ ਗਾਉਂਦੀ ਗਈ, ਮੈਂ ਕਿਹਾ ਸਾਨੂੰ ਲੱਗਦੀ ਸਮਾਜਿਕ ਔਖੀ, ਨਾਗਰਿਕਤਾ ਵੀ ਕਿਹੜਾ ਸੌਖੀ, ਹਿਸਾਬ ਦਾ ਪਵਾੜਾ ਪੈ ਗਿਆ। ਸਾਨੂੰ ਲੱਗਦੀ ਏ ਖੇਡ ਪਿਆਰੀ, ਉੱਤੋਂ ਪੇਪਰਾਂ ਦੀ ਹੋਈ ਨਾ ਤਿਆਰੀ, ਮਹੀਨਾ ਸਾਰਾ ਇੱਕ ਰਹਿ ਗਿਆ, ਹਾਈ ਨੀ ਅਲਜਬਰਾ, ਹਾਈ ਨੀ ਅੰਗਰੇਜ਼ੀ। ਉਹ ਮੈਂ ਸਾਰਾ ਦਿਨ ਗਾਉਂਦੀ ਰਹੀ। ਤੇ ਬਸ ਇਦਾਂ ਹੌਲੀ ਹੌਲੀ ਮੈਨੂੰ ਲੱਗਿਆ ਵੀ ਤਾਂ ਮੈਂ ਤਾਂ ਗੀਤ ਜੋੜ ਲਿਆ ਤੇ ਗੀਤ ਬਣ ਗਿਆ। ਬਿਲਕੁਲ। ਸੋ ਲੈ ਤਾਲ ਦੀ ਜਿਹੜੀ ਸ਼ੁਰੂ ਤੋਂ ਹੀ ਸਮਝ ਸੀਗੀ ਸ਼ਾਇਦ ਵੀ ਇੰਨੇ ਜ਼ਿਆਦਾ ਗੀਤ ਮੇਰੇ ਅੰਦਰ ਸਮਾ ਚੁੱਕੇ ਸੀਗੇ। ਗੀਤ ਮੈਂ ਸੈਂਕੜਿਆਂ ਦੀ ਤਾਦਾਦ 'ਚ ਗੀਤ ਮੈਨੂੰ ਮੂੰਹ ਜ਼ਬਾਨੀ ਯਾਦ ਹੁੰਦੇ ਸੀ, ਹੁਣ ਵੀ ਯਾਦ ਨੇ ਕਾਫੀ। ਤਾਂ ਉਸ ਜਿਵੇਂ ਲੈ ਤਾਲ ਦੀ ਇੱਕ ਸਮਝ ਸੀਗੀ ਕੁਦਰਤੀ ਤੌਰ ਤੇ। ਸੋ ਜਦੋਂ ਮੈਂ ਗੀਤ ਜੋੜਦੀ ਸੀ ਜਾਂ ਮੈਂ ਗਜ਼ਲ ਵੱਲ ਵੀ ਜਦੋਂ ਆਈ ਤਾਂ ਮੈਨੂੰ ਬਹਿਰ ਵਜ਼ਨ ਦੀ ਕੋਈ ਬਹੁਤੀ ਪ੍ਰੋਬਲਮ ਨਹੀਂ ਆਈ। ਜਿਵੇਂ ਆਮ ਤੌਰ ਤੇ ਕਿਹਾ ਜਾਂਦਾ ਵੀ ਗਜ਼ਲ ਲਿਖਣੀ ਬਹੁਤ ਔਖੀ ਆ, ਇਹਦੀ ਤਕਨੀਕ, ਇਹਦਾ ਰੂਪਕ ਪੱਖ ਬਹੁਤ ਮਿਹਨਤ ਮੰਗਦਾ ਹਨਾ। ਹਾਂਜੀ। ਸੋ ਮੈਨੂੰ ਲੱਗਦਾ ਵੀ ਇਹ ਇੱਕ ਸੰਗੀਤ ਹੀ ਆ ਤੇ ਇਹ ਗਾਹਾਂ ਸੰਗੀਤ ਦੀ ਫਿਰ ਵਿਆਕਰਣ ਆ ਹਨਾ, ਜਿਹਨੂੰ ਤੁਸੀਂ ਫੇਲਣ ਕਹਿੰਦੇ ਆ ਨਾ। ਸੋ ਬਸ ਇਸ ਤਰ੍ਹਾਂ। ਬਿਲਕੁਲ ਜੀ। ਔਰ ਗੱਲ ਕਰਦੇ ਆ ਕਿ ਅਲਜਬਰਾ ਤਾਂ ਬੜਾ ਔਖਾ ਲੱਗਦਾ ਸੀ ਉਸ ਕੁੜੀ ਨੂੰ, ਕਿ ਜਿਸ ਕੁੜੀ ਨੇ ਜ਼ਿੰਦਗੀ ਦਾ ਅਲਜਬਰਾ ਬਹੁਤ ਜਲਦੀ ਆਪਣੀ ਮਿਹਨਤ ਮੁਸ਼ੱਕਤ ਦੇ ਨਾਲ ਹੱਲ ਕਰ ਲਿਆ। ਇੱਕ ਕੁੜੀ ਜਿਸ ਦੀ ਗੀਤਾਂ ਦੀ ਕਾਪੀ ਉਸਦੀ ਮਾਂ ਦੇ ਹੱਥ ਦੇ ਵਿੱਚ ਆਉਂਦੀ ਹੈ ਔਰ ਉਹ ਪਾੜ ਦਿੱਤੀ ਜਾਂਦੀ ਹੈ, ਪਰ ਫਿਰ ਵੀ ਗੀਤ ਜੰਮਦੇ ਨੇ, ਕਵਿਤਾਵਾਂ ਜਵਾਨ ਹੁੰਦੀਆਂ ਨੇ, ਗਜ਼ਲਾਂ ਪਲ ਜਾਂਦੀਆਂ ਨੇ। ਕਿਵੇਂ?
ਬਸ ਲਗਨ ਹੈ ਨਾ, ਜਿਵੇਂ ਇੱਕ ਸੁਪਨਾ ਜਿਹੜਾ ਬੀਜਿਆ ਗਿਆ ਸੀਗਾ ਮੇਰੇ ਮਨ ਵਿੱਚ। ਜਦੋਂ ਮੈਂ ਤੁਕਾਂ ਜੋੜਦੀ ਸੀ ਉਦੋਂ ਤਾਂ ਮੈਨੂੰ ਨਹੀਂ ਪਤਾ ਲੱਗਿਆ ਸੀਗਾ ਵੀ ਮੈਂ ਕੀ ਕਰ ਰਹੀ ਹਾਂ, ਵੀ ਕਿਹੜੇ ਇਹ ਸਫ਼ਰ ਦੀ ਸ਼ੁਰੂਆਤ ਹੋ ਰਹੀ ਆ ਜੀ। ਪਰ ਜਦੋਂ ਮੇਰੇ ਅਧਿਆਪਕ ਸੀ, ਜਦੋਂ ਉਹਨਾਂ ਤੱਕ ਗੱਲ ਪਹੁੰਚੀ ਤਾਂ ਉਹਨਾਂ ਨੇ ਜਦੋਂ ਮੇਰੀ ਕਾਪੀ ਦੇਖੀ ਤਾਂ ਉਹਨਾਂ ਨੇ ਮੇਰਾ ਹੌਸਲਾ ਵਧਾਇਆ, ਮੈਨੂੰ ਸ਼ਾਬਾਸ਼ ਦਿੱਤੀ ਜੀ। ਕਹਿੰਦੇ ਵੀ ਤੂੰ ਬਹੁਤ ਸੋਹਣਾ ਲਿਖਦੀ ਆਂ, ਲਿਖਿਆ ਕਰ। ਅੱਛਾ। ਤੇ ਲਿਖ ਕੇ ਲਿਆਇਆ ਕਰ। ਤੇ ਕਹਿੰਦੇ ਸ਼ਨੀਚਰਵਾਰ ਨੂੰ ਜਦੋਂ ਬਾਲ ਦਰਬਾਰ ਆਪਣਾ ਲੱਗਦਾ ਨਾ ਸਕੂਲੇ, ਤੂੰ ਆਪਣੇ ਲਿਖੇ ਸੁਣਾਇਆ ਕਰ। ਕਿਉਂਕਿ ਮੈਂ ਸੁਣਾਉਂਦੀ ਹੁੰਦੀ ਸੀਗੀ, ਪਰ ਮੈਂ ਉਸ ਵੇਲੇ ਜਦੋਂ ਮੈਂ ਜਿਵੇਂ ਸੁਰਿੰਦਰ ਕੌਰ, ਪ੍ਰਕਾਸ਼ ਹੋਰਾਂ ਦੇ ਗੀਤ ਯਾਦ ਹੁੰਦੇ ਸੀਗੇ, ਉਹ ਮੈਂ ਸੁਣਾਉਂਦੀ ਹੁੰਦੀ ਸੀਗੀ। ਕਹਿੰਦੇ ਤੂੰ ਆਪਣੇ ਸੁਣਾਇਆ ਕਰ। ਤੇ ਮੈਂ ਬਸ ਸੰਗਦੀ ਨੇ ਸੁਣਾਉਣੇ, ਪਰ ਫਿਰ ਮੈਨੂੰ ਬਹੁਤ ਚਾਅ ਚੜ ਗਿਆ। ਤੇ ਮੈਂ ਨਾ ਰੋਜ਼ ਜਾਣੀ ਕਿ ਜਦੋਂ ਸਕੂਲ ਦਾ ਕੰਮ ਕਰਨਾ ਆਪਣਾ ਖਤਮ ਕਰ ਲੈਣਾ, ਤਾਂ ਫਿਰ ਉਸ ਤੋਂ ਬਾਅਦ ਮੈਂ ਇੱਕ ਗੀਤ ਜੋੜਨਾ, ਮਤਲਬ ਸੁਚੇਤ ਤੌਰ ਤੇ ਯਤਨ ਕਰਕੇ। ਤੇ ਇਸ ਕਰਕੇ ਕਿ ਮੈਨੂੰ ਸਕੂਲੋਂ ਸ਼ਾਬਾਸ਼ ਮਿਲੂਗੀ, ਮੇਰੀਆਂ ਸਹੇਲੀਆਂ ਹੈਰਾਨ ਹੋ ਜਾਣਗੀਆਂ। ਸੋ ਇਦਾਂ ਬਸ ਸਫ਼ਰ ਸ਼ੁਰੂ ਹੋ ਗਿਆ ਜੀ। ਕਹਿੰਦੇ ਨੇ ਕਿ ਪਰਾਂ ਵਿੱਚ ਹੋਣ ਪਰਵਾਜ਼ਾਂ ਤਾਂ ਅੰਬਰ ਮਿਲ ਹੀ ਜਾਂਦੇ ਨੇ, ਨੀ ਕੁੜੀਓ ਵਗਦੀਆਂ ਨਦੀਆਂ ਨੂੰ ਸਾਗਰ ਮਿਲ ਹੀ ਜਾਂਦੇ ਨੇ। ਔਰ ਇਹ ਵੀ ਤੁਹਾਡਾ ਹੀ ਲਿਖਿਆ ਹੋਇਆ ਵਾ। ਹਾਂਜੀ ਜੀ। ਤੇ ਸੁਖਵਿੰਦਰ ਅਮਰ ਜੀ, ਮੈਨੂੰ ਲੱਗਦਾ ਕਿ ਹੁਣ ਨਾ ਇੱਕ ਛੋਟਾ ਜਿਹਾ ਵੇਲਾ ਹੋ ਗਿਆ ਕਿ ਜਦੋਂ ਅਸੀਂ ਤੁਹਾਡੇ ਕੋਲ ਕੋਈ ਗਜ਼ਲ ਜਾਂ ਕੋਈ ਗੀਤ ਜਿਹੜਾ ਨਾ ਉਹ ਜ਼ਰੂਰ ਸੁਣੀਏ। ਜੀ ਜੀ, ਮੈਂ ਇਹੀ ਪੂਰੀ ਕਰ ਦਿੰਨੀ ਆ। ਜੀ ਜ਼ਰੂਰ। ਪਰਾਂ ਵਿੱਚ ਹੋਣ ਪਰਵਾਜ਼ਾਂ ਤਾਂ ਅੰਬਰ ਮਿਲ ਹੀ ਜਾਂਦੇ ਨੇ, ਨੀ ਕੁੜੀਓ ਵਗਦੀਆਂ ਨਦੀਆਂ ਨੂੰ ਸਾਗਰ ਮਿਲ ਹੀ ਜਾਂਦੇ ਨੇ। ਜੇ ਤਾਰੇ ਤੋੜਨੇ ਤਾਂ ਡਰ ਨਾ ਜਾਇਓ ਠੋਕਰਾਂ ਕੋਲੋਂ। ਜੇ ਤਾਰੇ ਤੋੜਨੇ ਤਾਂ ਡਰ ਨਾ ਜਾਇਓ ਠੋਕਰਾਂ ਕੋਲੋਂ, ਨੀ ਅੜਿਓ ਰਸਤਿਆਂ ਵਿੱਚ ਰੋੜ ਪੱਥਰ ਮਿਲ ਹੀ ਜਾਂਦੇ ਨੇ। ਔਰ ਉਹਨਾਂ ਰਾਹਾਂ ਤੋਂ ਹੁਣ ਵੀ ਲੰਘੀਏ ਤਾਂ ਰੁਦਨ ਸੁਣਦਾ ਹੈ। ਉਹਨਾਂ ਰਾਹਾਂ ਤੋਂ ਹੁਣ ਵੀ ਲੰਘੀਏ ਤਾਂ ਰੁਦਨ ਸੁਣਦਾ ਹੈ। ਉਹ ਪੰਚਾਲੀ ਦੇ ਰੁਲਦੇ ਕੇਸ ਵਸਤਰ ਮਿਲ ਹੀ ਜਾਂਦੇ ਨੇ। ਕਿਤੇ ਨਿਰਭੈ ਦੀਆਂ ਚੀਕਾਂ, ਕਿਤੇ ਕੋਈ ਆਸਫਾ ਵਿਲ ਕੇ। ਵਾਹ। ਕਿਤੇ ਨਿਰਭੈ ਦੀਆਂ ਚੀਕਾਂ, ਕਿਤੇ ਕੋਈ ਆਸਫਾ ਵਿਲ ਕੇ। ਮੇਰੀ ਇਸ ਦੇਵ ਭੂਮੀ ਤੇ ਇਹ ਮੰਜ਼ਰ ਮਿਲ ਹੀ ਜਾਂਦੇ ਨੇ। ਬਹੁਤ ਖੂਬ, ਬਹੁਤ ਖੂਬ। ਔਰ ਤੁਸੀਂ ਦੁਰਗਾ ਤੋਂ ਬਲ ਮੰਗਿਓ ਤੇ ਵਿਦਿਆ ਸਰਸਵਤੀ ਕੋਲੋਂ। ਵਾਹ। ਤੁਸੀਂ ਦੁਰਗਾ ਤੋਂ ਬਲ ਮੰਗਿਓ ਤੇ ਵਿਦਿਆ ਸਰਸਵਤੀ ਕੋਲੋਂ। ਜੇ ਕਰੀਏ ਸਾਧਨਾ ਇਹ ਦੇਵੀ ਅਸਤਰ ਮਿਲ ਹੀ ਜਾਂਦੇ ਨੇ। ਨੀ ਕੁੜੀਓ ਵਗਦੀਆਂ ਨਦੀਆਂ ਨੂੰ ਸਾਗਰ ਮਿਲ ਹੀ ਜਾਂਦੇ ਨੇ। ਬਿਲਕੁਲ ਜੀ, ਵਗਦੀਆਂ ਨਦੀਆਂ ਨੂੰ ਹਮੇਸ਼ਾ ਸਾਗਰ ਮਿਲ ਜਾਂਦੇ ਨੇ। ਔਰ ਇਹ ਸਾਗਰ ਜਿਹੜੇ ਆ, ਸਾਗਰ ਦੇ ਵਿੱਚ ਜਾ ਕੇ ਆਪ ਖੁਦ ਸਾਗਰ ਹੋ ਜਾਣਾ, ਇਹ ਕਿਸੇ ਕਿਸੇ ਦੇ ਹਿੱਸੇ ਆਉਂਦਾ ਹੈ। ਪਰ ਤੁਹਾਨੂੰ ਤੇ ਨਿੱਕੀ ਉਮਰੇ ਹੀ ਤੁਹਾਡੇ ਮਾਸਟਰ ਜੀ ਨੇ ਕਹਿ ਦਿੱਤਾ ਸੀ ਕਿ ਤੂੰ ਵੱਡੀ ਹੋ ਕੇ ਅੰਮ੍ਰਿਤਾ ਪ੍ਰੀਤਮ ਬਣੇਗੀ। ਕਿਉਂ ਕਿਹਾ ਸੀ? ਤੁਹਾਨੂੰ ਕੀ ਲੱਗਦਾ ਹੈ? ਨਹੀਂ, ਅੰਮ੍ਰਿਤਾ ਪ੍ਰੀਤਮ ਵਾਂਗੂ ਕਵਿੱਤਰੀ ਬਣੇਗੀ, ਇਦਾਂ ਕਿਹਾ ਸੀਗਾ। ਅੰਮ੍ਰਿਤਾ ਪ੍ਰੀਤਮ ਤਾਂ ਚਲੋ ਉਹ ਬਹੁਤ ਵੱਡੇ ਨੇ, ਹਨਾ। ਮੈਂ ਤਾਂ ਉਹਨਾਂ ਦੇ ਹਲੇ ਪੈੜਾਂ ਤੇ ਪੈਰ ਧਰਨ ਦੀ ਕੋਸ਼ਿਸ਼ ਕਰਦੀ ਹਾਂ। ਤਾਂ ਉਹਨਾਂ ਨੂੰ ਜਦੋਂ ਲੱਗੇ ਹੋਣਾ, ਕਿਉਂਕਿ ਉਹ ਵੱਡੇ ਸੀ, ਸਿਆਣੇ ਸੀਗੇ, ਉਹਨਾਂ ਦਾ ਇਹ ਅਨੁਭਵ ਸੀਗਾ ਵੀ ਜਦੋਂ ਬੱਚੇ ਇੱਦਾਂ ਸ਼ੁਰੂਆਤ ਦੇ ਵਿੱਚ ਉਹਨਾਂ ਦੀ ਜਿਹੜਾ ਕਲਾ ਉਹਨਾਂ ਦੇ ਅੰਦਰ ਹੁੰਦੀ ਆ, ਤਾਂ ਉਹਨਾਂ ਨੇ ਉਹ ਕਲਾ ਨੂੰ ਦੇਖ ਲਿਆ। ਔਰ ਜਦੋਂ ਉਹਨਾਂ ਨੇ ਇਹ ਕਿਹਾ ਵੀ ਤੂੰ ਅੰਮ੍ਰਿਤਾ ਪ੍ਰੀਤਮ ਵਾਂਗੂ ਕਵਿੱਤਰੀ ਬਣੇਗੀ, ਤਾਂ ਮੈਂ ਸੋਚਿਆ ਵੀ ਅੰਮ੍ਰਿਤਾ ਪ੍ਰੀਤਮ ਕਿਸੇ ਵੱਡੀ ਸ਼ਖਸੀਅਤ ਦਾ ਨਾਮ ਆ। ਅੱਛਾ, ਉਦੋਂ ਤੁਹਾਨੂੰ ਨਹੀਂ ਸੀ ਪਤਾ? ਨਹੀਂ, ਉਦੋਂ ਨਹੀਂ ਸੀ ਮੈਨੂੰ ਪਤਾ, ਕਿਉਂਕਿ ਉਦੋਂ ਹਲੇ ਸਾਨੂੰ ਸਿਲੇਬਸਾਂ 'ਚ ਨਹੀਂ ਸੀ ਲੱਗੇ। ਪਰ ਮੈਂ ਬਾਅਦ ਵਿੱਚ ਜਦੋਂ ਮੈਂ ਪੜ੍ਹੀ ਆ ਨਾ 12 ਸਾਲਾਂ ਦੇ ਵਕਫੇ ਬਾਅਦ, ਤਾਂ ਉਦੋਂ ਮੈਨੂੰ ਜਾਣੀ ਮੈਂ ਉਹਨਾਂ ਨੂੰ ਜਾਣਨ ਲੱਗੀ ਵੀ ਉਹ ਜਦੋਂ ਸਿਲੇਬਸਾਂ 'ਚ ਸਾਡੇ ਲੱਗੇ ਹੋਏ ਸੀ ਕਿਤਾਬਾਂ ਦੇ ਵਿੱਚ। ਤਾਂ ਬਸ ਮੈਨੂੰ ਚਾਅ ਚੜ ਗਿਆ ਵੀ ਮੈਂ ਵੱਡੀ ਬਣਨਾ ਵਾ। ਪਰ ਜਦੋਂ ਘਰੇ ਵਿਰੋਧ ਹੋਇਆ, ਜਦੋਂ ਮਾਂ ਪਿਓ ਨੂੰ ਪਤਾ ਲੱਗਿਆ, ਪਿਤਾ ਜੀ ਨੂੰ ਤਾਂ ਨਹੀਂ, ਚਲੋ ਬੀਜੀ ਨੇ ਜਦੋਂ ਦੇਖੀ ਕਾਪੀ, ਜਦੋਂ ਉਹਨਾਂ ਨੇ ਪਾੜ ਕੇ ਸਿੱਟੀ, ਤਾਂ ਮੈਂ ਬਹੁਤ ਜ਼ਿਆਦਾ ਮਤਲਬ ਮੈਂ ਕਿ ਇਹ ਕੀ ਗੱਲ ਆ, ਹਨਾ। ਮੈਨੂੰ ਸਮਝ ਨਾ ਲੱਗੀ ਵੀ ਸਕੂਲੋਂ ਜਿਹੜੇ ਗੀਤਾਂ ਲਈ ਸ਼ਾਬਾਸ਼ ਮਿਲਦੀ ਆ, ਵੀ ਘਰੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਨੇ, ਵੀ ਚੱਕਰ ਕੀ ਆ। ਵੀ ਕਿਉਂਕਿ ਬੀਜੀ ਨੇ ਕਿਹਾ ਸੀਗਾ ਵੀ ਜੇ ਤੇਰੇ ਪਿਓ ਨੂੰ ਪਤਾ ਲੱਗ ਗਿਆ ਤੈਨੂੰ ਵੱਢ ਕੇ ਤੂੜੀ ਵਾਲੇ ਅੰਦਰ ਦੱਬ ਦੂ। ਤਾਂ ਮੈਨੂੰ ਨਿਆਣੀ ਨੂੰ ਸਮਝਣ ਲੱਗੇ ਵੀ ਇਹ ਚੱਕਰ ਕੀ ਆ, ਵੀ ਉੱਥੋਂ ਸ਼ਾਬਾਸ਼ ਮਿਲਦੀ ਆ ਅਧਿਆਪਕਾਂ ਕੋਲੋਂ, ਘਰ ਦੇ ਕਹਿੰਦੇ ਤੈਨੂੰ ਵੱਢ ਦਾਂਗੇ। ਪਰ ਉਦੋਂ ਮੈਂ ਮਾਪਿਆਂ ਦੇ ਜਿਹੜੇ ਧੀਆਂ ਪ੍ਰਤੀ ਫਿਕਰ ਹੁੰਦੇ ਆ, ਹਨਾ, ਮਾਪਿਆਂ ਨੂੰ ਪਤਾ ਹੁੰਦਾ ਵੀ ਜਿਹੜੇ ਧੀਆਂ ਸਾਡੀਆਂ ਕਲਾ ਦੇ ਰਾਹ ਪੈ ਜਾਣਗੀਆਂ, ਵੀ ਸਾਡਾ ਸਮਾਜ ਕਿਹੋ ਜਿਹਾ ਵਾ, ਸਾਡਾ ਪੁਰਸ਼ ਪ੍ਰਧਾਨ ਸਮਾਜ, ਧੀਆਂ ਦੀ ਖੱਜਲ ਖੁਆਰੀ ਤੋਂ ਡਰਦੇ, ਹਨਾ। ਕਿਹੋ ਜਿਹੇ ਖੌਫ ਸੀਗੇ ਉਹਨਾਂ ਦੇ ਮਨਾਂ ਦੇ ਵਿੱਚ, ਮੇਰੀ ਮਾਂ ਦੇ ਮਨ ਵਿੱਚ ਖਬਰਾਂ ਕਿੰਨਾ ਕੁ ਡੂੰਘਾ ਉਹ ਖੌਫ ਹੋਊਗਾ ਨਾ, ਉਹਨੇ ਕਿੰਨਾ ਕੁ ਜ਼ਮਾਨਾ ਦੇਖਿਆ ਸੀਗਾ ਨਾ, ਕਿਹੋ ਜਿਹਾ ਜ਼ਮਾਨਾ ਦੇਖਿਆ ਸੀਗਾ। ਸੋ
ਫਿਰ ਮੈਨੂੰ ਸਮਝ ਲੱਗੀ ਜਦੋਂ ਮੈਂ ਵੱਡੀ ਹੋ ਗਈ, ਮੈਂ ਆਪ ਬਾਹਰ ਵਿਚਰਨ ਲੱਗੀ, ਮੈਂ ਜ਼ਮਾਨੇ ਦੀ ਫਿਤਰਤ ਤੋਂ ਵਾਕਿਫ ਹੋਈ ਵੀ ਸਾਡਾ ਸਮਾਜ, ਸਾਡਾ ਜ਼ਮਾਨਾ ਵਾਕਈ ਕੁੜੀਆਂ ਲਈ ਠੀਕ ਨਹੀਂ ਹੈਗਾ। ਵੀ ਕਲਾ ਦੇ ਰਾਹ ਪੈ ਕੇ ਕੁੜੀਆਂ ਦੀ ਖੱਜਲ ਖੁਆਰੀ ਦੀ ਬਹੁਤ ਸੰਭਾਵਨਾ ਹੁੰਦੀ ਆ ਵੀ ਉਹ ਆਪਣੇ ਮਿੱਥੇ ਹੋਏ ਮੁਕਾਮ ਤੇ ਜਿਹੜਾ ਉਹਨਾਂ ਨੇ ਸੁਪਨਾ ਲਿਆ ਵੀ ਉੱਥੇ ਪਹੁੰਚ ਸਕਣਗੀਆਂ ਕਿ ਨਹੀਂ ਪਹੁੰਚ ਸਕਣਗੀਆਂ। ਸੋ ਬਸ ਇਹੋ ਜਿਹੀਆਂ ਗੱਲਾਂ ਬਾਤਾਂ ਹੁੰਦੀਆਂ ਸੀਗੀਆਂ ਜੀ। ਉਹ ਬਾਲੜੀ ਉਮਰ 17 ਸਾਲ ਦੀ, ਉਹ ਇਹ ਉਮਰ ਜਦੋਂ ਤੁਹਾਡੀ ਵਿਆਹ ਹੋ ਗਿਆ, ਇੱਕ ਤੋਂ ਦੂਜੀ ਜ਼ਿੰਦਗੀ ਕਹਿੰਦੇ ਕੁੜੀ ਦੀ ਸ਼ੁਰੂ ਹੋ ਜਾਂਦੀ ਹੈ ਜੀ। ਤੇ ਉਸ ਸਮੇਂ ਦੇ ਵਿੱਚ ਜਿਹੜੀ ਤੁਹਾਨੂੰ ਚੂੜਾ ਸੀ ਜਾਂ ਝਾਂਜਰਾਂ ਸੀ, ਉਹ ਤੁਹਾਨੂੰ ਬੇੜੀਆਂ ਕਿਉਂ ਲੱਗਣ ਲੱਗ ਪਈਆਂ? ਹਾਂਜੀ, ਉਹ ਇਦਾਂ ਸੀਗਾ ਵੀ ਮੈਂ ਜਦੋਂ ਮਾਪਿਆਂ ਨੇ ਰੋਕਿਆ ਵੀ ਨਹੀਂ ਤੂੰ ਲਿਖ ਸਕਦੀ ਹੈ ਨਾ, ਫਿਰ ਪੜ੍ਹਨੋਂ ਵੀ ਹਟਾ ਲਿਆ ਵੀ ਚਲੋ ਘਰ ਵਿੱਚ ਕਬੀਲਦਾਰੀ ਭਾਰੀ ਸੀਗੀ, 5 ਧੀਆਂ ਨਾਲ ਵਿਹੜਾ ਭਰਿਆ ਪਿਆ ਸੀ, ਛੋਟੀ ਕਿਸਾਨੀ ਸੀ, 2 ਕਿੱਲੇ ਜ਼ਮੀਨ ਦੇ ਸੀਗੇ ਜਿਹੜੇ ਬਾਅਦ ਚ ਉਹ ਵੀ ਵਿਕ ਗਏ ਨਾ ਮੇਰੇ ਪਿਤਾ ਦੇ। ਮੇਰਾ ਪਿਓ ਗਰੀਬ ਸੀ, ਮਤਲਬ ਉਹਨਾਂ ਨੇ ਨਿੱਕੀਆਂ ਨਿੱਕੀਆਂ ਕੁੜੀਆਂ ਦੇ ਜਿਵੇਂ ਸਾਰੀਆਂ ਦੇ 20 ਸਾਲ ਦੀ ਨਹੀਂ ਹੋਣ ਦਿੱਤੀ ਕੋਈ ਵਿਆਹ ਦੀਆਂ ਹਨਾ, ਪੜ੍ਹਨ ਵੀ ਨਹੀਂ ਦਿੱਤੀਆਂ ਬਹੁਤੀਆਂ ਜ਼ਿਆਦਾ, ਕਿਉਂਕਿ ਸਕੂਲ ਵੀ ਦੂਜੇ ਪਿੰਡ ਸੀਗਾ ਸਿੱਧਵਾਂ ਬੇਟ। ਜਿਵੇਂ ਮਾਪੇ ਡਰਦੇ ਆ ਵੀ ਸਾਡੀਆਂ ਧੀਆਂ ਵੀ ਸਾਡੇ ਨਜ਼ਰ ਦੇ ਸਾਹਮਣੇ ਹੀ ਰਹਿਣ, ਤਾਂ ਕਿੱਦਾਂ ਆਪਾਂ ਗੱਲ ਕਰਦੇ ਸੀ? ਅਸੀਂ ਗੱਲ ਕਰ ਰਹੇ ਸੀ ਕਿ ਤੁਹਾਨੂੰ ਕਿਉਂ ਲੱਗਾ ਕਿ ਵਿਆਹ ਤੋਂ ਬਾਅਦ ਜਿਹੜੀਆਂ ਚੂੜੀਆਂ ਸੀ ਜਾਂ ਜਿਹੜੀ ਝਾਂਜਰ ਸੀ ਤੁਹਾਨੂੰ ਬੇੜੀਆਂ ਦਾ ਰੂਪ ਲੱਗਦੀਆਂ? ਜਿੱਥੇ ਚਾਹ ਹੁੰਦਾ ਕੁੜੀਆਂ ਜੀ। ਤੇ ਮੈਨੂੰ ਲੱਗਿਆ ਵੀ ਚਲੋ ਧੀਆਂ ਦਾ ਕਿਹੜਾ ਇੱਕ ਘਰ ਆ ਵੀ ਮੇਰਾ ਵਿਆਹ ਹੋ ਜਾਣਾ ਤੇ ਮੇਰਾ ਇੱਕ ਪਰਿਵਾਰ ਹੋਰ ਹੋਊਗਾ ਵੀ ਜੇ ਇਹ ਮੇਰੇ ਮਾਪੇ ਮੇਰੀ ਭਾਵਨਾ ਨੂੰ ਨਹੀਂ ਸਮਝਦੇ ਤਾਂ ਮੈਂ ਉਹਨਾਂ ਮਾਪਿਆਂ ਨੂੰ ਮਨਾ ਲੂੰਗੀ ਵੀ ਮੈਨੂੰ ਤੁਸੀਂ ਸਕੂਲੇ ਲਾ ਦਿਓ, ਵੀ ਇਹਨਾਂ ਨੇ ਮੈਨੂੰ ਨਹੀਂ 10ਵੀਂ ਕਰਨ ਦਿੱਤੀ, ਉਹਨਾਂ ਨੂੰ ਕਹੂੰਗੀ ਮੈਂ ਕਰ ਲੈਣ ਦੇਣਗੇ ਜੀ। ਸ਼ਾਇਦ ਉਹਨਾਂ ਦੀ ਸੋਚ ਵਧੀਆ ਹੋਵੇ, ਜਿਵੇਂ ਮੇਰੇ ਅਧਿਆਪਕਾਂ ਦੀ ਸੋਚ ਵਧੀਆ ਵਾ ਜਿਹੜੇ ਸਾਨੂੰ ਪੜ੍ਹਨ ਲਈ ਪ੍ਰੇਰਦੇ ਆ ਵੀ ਪੜ੍ਹ ਲਿਖ ਕੇ ਕੁਝ ਬਣੋ ਜੀ। ਪਰ ਜਦੋਂ ਮੈਂ ਸਹੁਰੇ ਘਰ ਆਈ ਤਾਂ ਉੱਥੇ ਵੀ ਉਹੋ ਜੀ ਪਛੜੀ ਸੋਚ ਵਾਲਾ ਪਰਿਵਾਰ ਸੀਗਾ। ਤਾਂ ਉਹਨਾਂ ਨੇ ਜਦੋਂ ਮੈਂ ਪੜ੍ਹਨ ਲਿਖਣ ਦੀ ਗੱਲ ਉਹਨਾਂ ਨਾਲ ਕੀਤੀ ਤਾਂ ਉਹਨਾਂ ਨੇ ਵੀ ਜਾਣੀ ਕਿ ਪਹਿਲਾਂ ਤਾਂ ਹਾਸੇ 'ਚ ਉਡਾਉਂਦੇ ਰਹੇ ਮੇਰੀਆਂ ਗੱਲਾਂ ਵੀ ਨਿਆਣੀਆਂ ਹਨਾ, ਫਿਰ ਹੌਲੀ ਹੌਲੀ ਉਹਨਾਂ ਨੇ ਸਮਝਾਉਣਾ ਸ਼ੁਰੂ ਕਰਤਾ ਵੀ ਪੁੱਤ ਵਿਆਹੀਆਂ ਬਰੀਆਂ ਧੀਆਂ ਨੂੰ ਸਕੂਲੇ ਨਹੀਂ ਜਾਂਦੀਆਂ ਜੀ। ਸੋ ਉਹਨਾਂ ਨੇ ਬਸ ਫਿਰ ਜਿਵੇਂ ਮੇਰੇ ਮਨ ਵਿੱਚ ਚਾਅ ਸੀਗੇ ਕੁਝ ਬਣਨ ਦੇ ਹਨਾ, ਤਾਂ ਜਿਵੇਂ ਸਾਡੇ ਘਰ ਦੇ ਨਾਲ ਇੱਕ ਪਾਰਕ ਸੀਗਾ ਤਾਂ ਮੈਂ ਬਾਹਰ ਨੂੰ ਦੇਖਣ ਲੱਗ ਪਿਆ ਕਰਨਾ, ਜਿਵੇਂ ਨਵੀਂ ਜਦੋਂ ਮੈਂ ਵਿਆਹੀ ਗਈ ਹਨਾ, ਉੱਥੇ ਬੱਚੇ ਖੇਡਦੇ ਹੁੰਦੇ ਸੀ ਸ਼ਾਮ ਨੂੰ, ਤੇ ਉਹਨਾਂ ਨੂੰ ਮੇਰੇ ਮਾਪਿਆਂ ਨੇ ਸੋਚਿਆ ਹਨਾ, ਜਿਹੜਾ ਸਹੁਰਾ ਪਰਿਵਾਰ ਸੀਗਾ ਜੀ, ਉਹਨਾਂ ਨੇ ਸੋਚਿਆ ਵੀ ਵਹੁਟੀ ਬਾਹਰ ਦੇਖਦੀ ਆ ਹਨਾ, ਤਾਂ ਉਹਨਾਂ ਨੇ ਥੋੜੇ ਦਿਨਾਂ ਬਾਅਦ ਉਹ ਜਿਹੜੀਆਂ ਘਰੇ ਵਾਧੂ ਇੱਟਾਂ ਪਈਆਂ ਸੀਗਾ ਚੈਣ ਕੇ ਕੰਧ ਉੱਚੀ ਕਰਤੀ। ਅੱਛਾ। ਫਿਰ ਉਹਨਾਂ ਨੇ ਜਾਣੀ ਕਿ ਮੈਂ ਜਦੋਂ ਕਦੇ ਛੱਤ ਤੇ ਚੜ ਜਾਣਾ, ਪੌੜੀ ਲੱਗੀ ਹੁੰਦੀ ਸੀ ਲੱਕੜ ਦੀ, ਫਿਰ ਉਹਨਾਂ ਨੇ ਪੌੜੀ ਲਾ ਕੇ ਵੀ ਕੰਧ ਨਾਲ ਲੰਮੀ ਪਾਤੀ ਵੀ ਛੱਤ ਤੇ ਨਾ ਜਾਵੇ। ਫਿਰ ਕਹਿਣਾ ਪੁੱਤ ਤੂੰ ਦਰਵਾਜ਼ੇ ਵੱਲ ਗੇਟ ਵੱਲ ਨਾ ਜਾਇਆ ਕਰ, ਜਾਣੀ ਉਹਨਾਂ ਨੇ ਮੈਂ ਪਿਆਰ ਨਾਲ ਨਾ ਮਤਲਬ ਅੰਦਰ ਤਾੜਨ ਦੀ ਕੋਸ਼ਿਸ਼ ਕਰਨੀ ਕੈਦ ਜਿੱਦਾਂ। ਮੈਨੂੰ ਲੱਗਿਆ ਵੀ ਪੇਕੇ ਘਰ ਤਾਂ ਇੰਨਾ ਨਹੀਂ ਔਖਾ ਸੀਗਾ, ਫਿਰ ਵੀ ਅਸੀਂ ਖੇਤ ਜਾਂਦੇ ਸੀ, ਅਸੀਂ ਵੀ ਖੇਡਣ ਵੀ ਜਾਂਦੇ ਸੀਗੇ ਮਾੜਾ ਮੋਟਾ, ਚਲ ਬੱਚਿਆਂ ਨਾਲ ਮੈਂ ਖੇਡਦੀ ਸੀ, ਆਪਣੇ ਭੈਣ ਭਰਾਵਾਂ ਨਾਲ ਸਕੂਲੇ ਜਾਂਦੀ ਸੀਗੀ ਮੈਂ ਜੀ। ਵੀ ਇੱਥੇ ਤਾਂ ਬਹੁਤ ਜ਼ਿਆਦਾ ਵੱਡੀ ਕੈਦ ਸਿਰਜੀ ਆ ਮੇਰੇ ਆਲੇ ਦੁਆਲੇ, ਵੀ ਇੱਥੇ ਤਾਂ ਬਹੁਤ ਪਾਬੰਦੀਆਂ ਨੇ। ਫਿਰ ਉਰਦੂ ਦਾ ਸ਼ੇਰ ਮੈਂ ਯਾਦ ਕਰਦੀ ਹੁੰਨੀ ਆ ਨਾ ਵੀ अभी तो मैंने तसव्वुर किया था रिहाई का, बुलंद हो गई कैदें, बुलंद हो गई दीवारें कैद खानों की। और उदों मैनू लग्या भी ਇਹ ਤਾਂ ਜਿਹੜੇ ਮੇਰਾ ਚੂੜਾ ਵਾ ਜਿਹਨੂੰ ਜਿਹੜਾ ਮੈਨੂੰ ਬਹੁਤ ਸੋਹਣਾ ਲੱਗਦਾ ਹੁੰਦਾ ਸੀਗਾ, ਵੀ ਮੈਨੂੰ ਬਹੁਤ ਚਾਅ ਚੜ੍ਹਦਾ ਹੁੰਦਾ ਸੀਗਾ ਵੀ ਮੈਨੂੰ ਵੀ ਚੀਜ਼ਾਂ ਮਿਲ ਗਈਆਂ ਜਿਹੜੀਆਂ ਪਾਈਆਂ ਹੁੰਦੀਆਂ ਸੀ ਕੁੜੀਆਂ ਦੇ, ਕਿਉਂਕਿ ਪੇਕੇ ਤਾਂ ਪਾਉਣ ਨਹੀਂ ਸੀ ਦਿੰਦੇ, ਨਾ ਚੂੜੀ ਨਾ ਸੁਰਮਾ ਕੋਈ ਇਹੋ ਜਿਹੀ। ਮੈਂ ਕਿਹਾ ਵੀ ਇਹ ਤਾਂ ਅਸਲ 'ਚ ਵੀ ਮੇਰੇ ਹੱਥ ਕੜੀਆਂ ਪਾਤੀਆਂ, ਤੇ ਜਿਹੜੀਆਂ ਬੋਰਾਂ ਵਾਲੀਆਂ ਝਾਂਜਰਾਂ ਛਣ ਕਰਦੀਆਂ ਸੀ ਜਿਹੜੀਆਂ ਮੈਨੂੰ ਬਹੁਤ ਸੋਹਣੀਆਂ ਲੱਗਦੀਆਂ ਸੀਗੀਆਂ, ਮੈਨੂੰ ਉਹ ਵੀ ਮੈਨੂੰ ਲੱਗਿਆ ਵੀ ਇਹ ਤਾਂ ਬੇੜੀਆਂ ਨੇ ਮੇਰੇ ਪੈਰਾਂ 'ਚ ਪਾਈਆਂ। ਸੋ ਉਦੋਂ ਮੇਰੀਆਂ ਭਾਵਨਾਵਾਂ ਸੀਗੀਆਂ, ਮੇਰਾ ਉਹਦਾ ਦਰਦ ਸੀਗਾ ਉਹਨਾਂ ਦਿਨਾਂ ਦਾ, ਉਹ ਫਿਰ ਹੌਲੀ ਹੌਲੀ ਜਿਵੇਂ ਕਵਿਤਾਵਾਂ 'ਚ ਢਲਿਆ ਉਹ ਸੀਗਾ ਵੀ ਬੜੀ ਹੀ ਨਰਮ ਪੱਤੀ ਹਾਂ ਤੂਫਾਨਾਂ ਦੀ ਸਤਾਈ ਹਾਂ, ਮੈਂ ਟੁੱਟ ਕੇ ਸ਼ਾਖ ਆਪਣੀ ਤੋਂ ਤੇਰੇ ਕਦਮਾਂ 'ਚ ਆਈ ਹਾਂ, ਮੈਂ ਕਿਸ ਨੂੰ ਆਪਣਾ ਆਖਾਂ ਕਿ ਇੱਥੇ ਕੌਣ ਹੈ ਮੇਰਾ, ਮੈਂ ਕੱਲ ਪੇਕੇ ਪਰਾਈ ਸੀ ਤੇ ਅੱਜ ਸਹੁਰੇ ਪਰਾਈ ਹਾਂ, ਤੇ ਹਾਏ ਥਲ ਤੇਰੀ ਖਾਤਰ ਮੈਂ ਕੀ ਰੂਪ ਬਦਲੇ ਨੇ, ਘਟਾ ਬਣ ਕੇ ਵੀ ਛਾਈ ਹਾਂ ਨਦੀ ਬਣ ਕੇ ਵੀ ਆਈ ਹਾਂ, ਨਾ ਮੇਰੇ ਹੰਝੂਆਂ ਤੋਂ ਡਰ ਕੇ ਪੱਲਾ ਕਰ ਤੇਰੀ ਖਾਤਰ, ਛੁਪਾ ਕੇ ਬੁੱਲੀਆਂ ਵਿੱਚ ਮੈਂ ਬੜੇ ਹਾਸੇ ਲਿਆਈ ਹਾਂ, ਮੇਰੀ ਤਾਸੀਰ ਇੱਕ ਸਿੱਕਾ ਹੈ ਜਿਸ ਦੇ ਦੋ ਪਹਿਲੂ ਨੇ, ਕਿਸੇ ਲਈ ਦਰਦ ਬਣ ਜਾਵਾਂ ਕਿਸੇ ਲਈ ਮੈਂ ਦਵਾਈ ਹਾਂ, ਇਹ ਰੁੱਤਾਂ ਸਾਰੀਆਂ ਮੈਨੂੰ ਮੇਰੇ ਅਨੁਕੂਲ ਹੀ ਜਾਪਣ, ਮੈਂ ਬਾਰਿਸ਼ ਨੇ ਵੀ ਝੰਬੀ ਹਾਂ ਮੈਂ ਧੁੱਪ ਨੇ ਵੀ ਤਪਾਈ ਹਾਂ, ਮੇਰਾ ਜੱਗ ਤੇ ਮੁਕਾਮ ਹੈ ਦੋਸਤ ਅਜੇ ਨਿਸ਼ਚਿਤ ਨਹੀਂ ਹੋਇਆ, ਕੋਈ ਆਖੇ ਮੈਂ ਜ਼ਰਾ ਹਾਂ
ਕੋਈ ਆਖੇ ਖੁਦਾਈ। ਹਾਂ ਬਹੁਤ ਖੂਬ, ਬਹੁਤ ਖੂਬ ਜੀ, ਬਹੁਤ ਖੂਬ। ਬਹੁਤ ਔਰ ਗੱਲ ਇਹ ਹੈ ਕਿ ਇੰਨਾ ਤੁਹਾਡੀ ਜ਼ਿੰਦਗੀ ਦੇ ਵਿੱਚ ਇੰਨਾ ਲੰਮਾ ਚੌੜਾ ਸੰਘਰਸ਼, ਪੇਕੇ ਵੀ ਉਹੀ ਹਾਲਾਤ, ਸਹੁਰੇ ਆਣ ਕੇ ਵੀ ਕੁਝ ਬਦਲਦਾ ਹੋਇਆ ਨਜ਼ਰ ਨਹੀਂ ਆ ਰਿਹਾ। ਔਰ ਜੇਕਰ ਗੱਲ ਕੀਤੀ ਜਾਵੇ, ਹਰ ਪਾਸੇ ਹਰ ਤਰਫ ਸਿਨਫ ਦੇ ਵੈਰੀ ਲੋਕ ਤੁਰੇ ਫਿਰਦੇ ਨੇ ਔਰ ਅੱਗੇ ਵਧਣ ਦੀ ਦਿਲ ਦੇ ਵਿੱਚ ਲਾਲਸਾ ਆ। ਫਿਰ ਟਰਨਿੰਗ ਪੁਆਇੰਟ ਜ਼ਿੰਦਗੀ ਦੇ ਵਿੱਚ ਕੂਹਣੀ ਮੋੜ, ਉਹ ਕਦੋਂ ਆਇਆ? ਹਾਂਜੀ, ਇਹ 12 ਸਾਲਾਂ ਮਗਰੋਂ ਆਇਆ। ਜਦੋਂ ਬੱਚੇ ਵੀ ਸਕੂਲੇ ਜਾਂਦੇ ਸੀਗੇ, ਬੇਟੀ ਫਸਟ 'ਚ, ਬੇਟਾ ਕੇਜੀ 'ਚ ਜੀ। ਤੇ ਜਿਹੜੀ ਮੇਰੇ ਅੰਦਰ ਇੱਕ ਲਗਨ ਲੱਗੀ ਹੋਈ ਸੀ ਨਾ, ਜਿਵੇਂ ਭਾਈ ਵੀਰ ਸਿੰਘ ਉਹਨਾਂ ਦੀ ਕਵਿਤਾ ਵੀ ਨਿਉ ਵਾਲੇ ਹਨਾ ਜੀ, ਤਾਂ ਨਿਉ ਵਾਲੇ ਨਿਆਣਾ ਨੂੰ ਜਿਵੇਂ ਨੀਂਦਰ ਨਹੀਂ ਪੈਂਦੀ ਗੀ, ਤਾਂ ਮੈਨੂੰ ਵੀ ਨੀਂਦ ਨਹੀਂ ਸੀ ਆਉਂਦੀ, ਚੈਨ ਨਹੀਂ ਸੀ ਆਉਂਦੀ। ਮੇਰੇ ਦਿਨ ਰਾਤ ਮੈਨੂੰ ਜਿਵੇਂ ਸੌਂ ਜਾਂਦੀ ਸੀ ਤਾਂ ਮੈਨੂੰ ਸਕੂਲ ਦੇ ਸੁਪਨੇ ਆਉਂਦੇ ਸੀਗੇ, ਤੇ ਦਿਨੇ ਵੀ ਮੈਂ ਲੁਕ ਲੁਕ ਕੇ ਬਸ ਵਰਕਾ ਲੱਭਣ ਦੀ ਕੋਸ਼ਿਸ਼ ਕਰਦੀ ਰਹਿੰਦੀ ਸੀ ਵੀ ਕਿਤੋਂ ਵਰਕਾ, ਕਿਤੋਂ ਪੈਨ ਮੇਰੇ ਹੱਥ 'ਚ ਆ ਜਾਵੇ। ਤੇ ਮੈਨੂੰ ਕੁਝ ਸੁੱਝਦਾ ਹੀ ਨਹੀਂ ਸੀਗਾ, ਬਸ ਸਤਰਾਂ ਹੀ ਔੜਦੀਆਂ ਸੀਗੀਆਂ, ਗੀਤਾਂ ਦੀਆਂ ਸਤਰਾਂ ਹੀ ਔੜਦੀਆਂ ਸੀ, ਤੇ ਉਹਦੇ ਵਿੱਚ ਮੇਰਾ ਦੁੱਖ ਦਰਦ ਹੁੰਦਾ ਸੀ, ਮੇਰੇ ਸੁਪਨੇ, ਕਦੇ ਰੱਬ ਨੂੰ ਅਰਜ਼ੋਈਆਂ ਕਰਦੀ ਹੈ ਨਾ। ਫਿਰ ਮੈਂ ਸੋਚਿਆ ਵੀ ਮੈਂ ਜਿਵੇਂ ਰੇਡੀਓ 'ਚ ਮੁਲਾਕਾਤਾਂ ਸੁਣਦੀ ਹੁੰਦੀ ਸੀਗੀ, ਰੇਡੀਓ ਸੀਗਾ ਇੱਕ ਮੇਰਾ ਸਾਥੀ, ਜਿਹੜਾ ਕਿ ਬਹੁਤਾ ਜ਼ਿਆਦਾ ਮੈਨੂੰ ਸਾਥ ਮਾਨਣ ਦਿੱਤਾ ਨਹੀਂ ਸੀ ਜਾਂਦਾ, ਪੇਟੀ 'ਚ ਰੱਖ ਦਿੰਦੀ ਸੀਗੀ ਮਾਂ। ਤੇ ਜਿਹੜਾ ਜਦੋਂ ਸਹੁਰੇ ਆਈ ਤਾਂ ਸੱਸ ਨੇ ਬੰਦ ਕਰ ਜਾਣਾ, ਲੰਘਦੀ ਜਾਂਦੀ ਨੇ ਬਟਨ ਜਿਹਾ ਮਰੋੜ ਜਾਣਾ ਹਨਾ, ਜੇ ਮੈਂ ਲਾਉਣਾ ਤਾਂ ਮੈਂ ਇੱਧਰ ਨੂੰ ਕਰਨਾ ਬਟਨ, ਉਹਨੇ ਇੱਧਰ ਨੂੰ ਕਰ ਜਾਣਾ ਘੁਮਾ ਕੇ, ਸਟੇਜ ਨੂੰ ਹੋਰ ਲਾ ਜਾਣਾ। ਹਾਂ, ਮੈਨੂੰ ਲੱਗਦਾ ਵੀ ਉਹ ਵੀ ਮੈਨੂੰ ਰੇਡੀਓ ਦਾ ਸਾਥ ਵੀ ਮੰਨਣ ਤੇ ਮਨਾਹੀ ਸੀ ਹਨਾ। ਪਰ ਉਹਦੇ ਵਿੱਚ ਜਿਹੜੀਆਂ ਗੱਲਾਂ ਮੈਂ ਸੁਣਦੀ ਹੁੰਦੀ ਸੀ ਨਾ, ਉਹ ਮੇਰੇ ਮਨ 'ਚ ਬਹੁਤ ਜੀਰ ਜਾਂਦੀਆਂ ਸੀਗੀਆਂ, ਡੂੰਘੀਆਂ ਉਤਰ ਜਾਂਦੀਆਂ ਸੀਗੀਆਂ, ਚਾਹੇ ਉਹ ਕਲਾ ਦੀਆਂ ਗੱਲਾਂ ਹੁੰਦੀਆਂ ਸੀ ਸਾਰੀਆਂ ਹਨਾ। ਤੇ ਕਲਾਕਾਰਾਂ ਨੇ ਕਹਿਣਾ ਵੀ ਉਹਨਾਂ ਨੂੰ ਬੜਾ ਮਤਲਬ ਮਾਣ ਨਾਲ ਉਹਨਾਂ ਨੂੰ ਪੇਸ਼ ਕਰਨਾ ਹਨਾ, ਵੀ ਦੇਖੋ ਜੀ ਸਾਡੇ ਅੱਜ ਸਟੂਡੀਓ 'ਚ ਇਹ ਆਏ ਨੇ, ਇਹਨਾਂ ਨੇ ਇੰਨੇ ਗੀਤ ਲਿਖੇ ਨੇ, ਇਹਨਾਂ ਦਾ ਇਹ ਸਫ਼ਰ ਆ ਕਲਾ ਦਾ। ਸੋ ਮੈਂ ਕਹਿਣਾ ਮੈਂ ਵੀ ਇੱਦਾਂ ਹੀ ਬਣਨਾ, ਤੇ ਉਹਨਾਂ ਨੇ ਆਪਣੇ ਸਟਰਗਲ ਬਾਰੇ ਦੱਸਣਾ ਵੀ ਇੱਦਾਂ ਜੀ ਜ਼ਿੰਦਗੀ 'ਚ ਅਸੀਂ ਇੰਨੇ ਆਹ ਕੰਮ ਕਰਨੇ ਪਏ, ਆਹ ਚੁਣੌਤੀਆਂ ਆਈਆਂ। ਤੇ ਮੈਂ ਕਹਿਣਾ ਵੀ ਇਹ ਤਾਂ ਸਾਰਿਆਂ ਦੇ ਜਿਹੜੇ ਲੋਕ ਕਲਾਕਾਰ ਹੁੰਦੇ ਨੇ, ਸ਼ਾਇਰ ਹੁੰਦੇ ਨੇ, ਉਹਨਾਂ ਦੇ ਰਾਹਾਂ 'ਚ ਸਾਰੀਆਂ ਰੁਕਾਵਟਾਂ ਆਉਂਦੀਆਂ ਹੀ ਆ। ਸੋ ਮੈਂ ਵੀ ਇਹ ਸੋਚ ਲਿਆ ਕਿ ਕੋਈ ਗੱਲ ਨਹੀਂ, ਮੈਂ ਇਹਨਾਂ ਦਾ ਸਾਹਮਣਾ ਕਰਨਾ ਤੇ ਮੈਂ ਹਟਣਾ ਨਹੀਂ, ਮੈਂ ਆਪਣੇ ਸੁਪਨੇ ਨੂੰ ਮਰਨ ਨਹੀਂ ਦੇਣਾ। ਸੋ ਮੈਂ 12 ਸਾਲ ਤੱਕ ਜਦੋਂ ਤਰਲੇ ਕਰਦੀ ਰਹੀ ਤਾਂ ਇੱਕ ਦਿਨ ਫਿਰ ਉਹ ਆ ਗਿਆ, ਸੁਭਾਗੀ ਘੜੀ ਉਦੋਂ ਆ ਗਈ ਜਦੋਂ ਮੇਰੇ ਜੀਵਨ ਸਾਥੀ ਨੇ ਮੈਨੂੰ ਜਿਵੇਂ ਅੱਕ ਕੇ ਜੇ ਕਹਿਤਾ ਹਨਾ ਵੀ, ਮੈਂ ਕਿਹਾ ਜੀ ਮੈਂ ਨਾ ਕਿਤਾਬਾਂ ਲੈਣ ਚੱਲੀ ਸੀਗੀ ਬੱਚਿਆਂ ਦੀਆਂ, ਸਕੂਲ ਦੀਆਂ ਸਿਲੇਬਸ ਦੀਆਂ, ਤੇ ਮੈਂ ਕਿਹਾ ਜੀ ਮੈਂ ਵੀ ਲੈ ਆਇਆ ਵਾਂ ਆਪਣੇ 10ਵੀਂ ਦੀਆਂ ਕਿਤਾਬਾਂ। ਤਰਲਾ ਜਿਹਾ ਮਾਰ ਕੇ, ਹਾਂ ਤਰਲੇ ਹੀ ਮਾਰਦੀ ਸੀ, ਕਿਉਂਕਿ ਮੇਰਾ ਜ਼ੋਰ ਤਾਂ ਹੋਰ ਚੱਲਣਾ ਨਹੀਂ ਸੀ, ਕਰਨਾ ਚੱਲਦਾ ਸੀਗਾ, ਤਰਲੇ ਹੀ ਕਰਦੀ ਸੀ। ਮੈਂ ਕਿਹਾ ਮੈਂ ਵੀ ਲੈ ਆਵਾਂ। ਫਿਰ ਉਹ ਕਹਿੰਦੇ ਨਾ ਉਦੋਂ ਫਿਰ ਪਤਾ ਨਹੀਂ, ਬਸ ਉਹਨਾਂ ਨੇ ਕਹਿਤਾ, ਉਹਨਾਂ ਦੇ ਮਨ 'ਚ ਆ ਗਈ ਹਨਾ, ਮਿਹਰ ਪੈ ਗਈ, ਕਹਿੰਦੇ ਚੱਲ ਲੈ ਆਈ, ਤੂੰ ਕਰ ਲਾ ਆਪਣਾ ਚਾਅ ਪੂਰਾ ਜਿਹਾ। ਫਿਰ ਬਸ ਉਹ ਦਿਨ ਵੱਡਾ ਸੀਗਾ, ਉਹ ਕੂਹਣੀ ਮੋੜ ਸੀਗਾ ਜਦੋਂ ਮੈਂ 10ਵੀਂ ਦੀਆਂ ਕਿਤਾਬਾਂ ਲਿਆਂਦੀਆਂ ਤੇ ਭੱਜੀ ਭੱਜੀ ਮੈਂ ਸਕੂਲੇ ਗਈ, ਤੇ ਪ੍ਰਿੰਸੀਪਲ ਮੈਡਮ ਨੇ ਮੇਰੀ ਗੱਲ ਸੁਣੀ ਹਨਾ, ਉਹਦੇ ਵੀ ਤਰਲੇ ਕੀਤੇ, ਉਹ ਵੀ ਛੇਤੀ ਛੇਤੀ ਮੈਨੂੰ ਦਾਖਲ ਨਾ ਕਰਨ, ਕਹਿੰਦੇ 12 ਸਾਲਾਂ 'ਚ ਤੂੰ ਸਾਰਾ ਕੁਝ ਭੁੱਲ ਗਈ ਹੋਣੀ ਆ, ਸਾਡਾ ਰਿਜ਼ਲਟ ਖਰਾਬ ਹੋ ਜਾਊਗਾ, ਅਸੀਂ ਤੈਨੂੰ ਦਾਖਲ ਕਰਨਾ। ਸੋ ਬਸ ਹੁਣ ਆਪਾਂ ਸੰਖੇਪ 'ਚ ਗੱਲ ਖਤਮ ਕਰਦੇ ਹਾਂ ਵੀ ਉਹਨਾਂ ਨੇ ਮੈਨੂੰ ਸਕੂਲੇ ਲਾ ਲਿਆ, ਤੇ ਮੈਂ ਫਿਰ ਹੌਲੀ ਹੌਲੀ 10ਵੀਂ 12ਵੀਂ BA MA ਕੀਤੀ। ਫਿਰ ਜਿਹੜੀਆਂ ਕਿਤਾਬਾਂ ਮੈਂ ਸਾਹਿਤਕ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਸਿਲੇਬਸ ਦੀਆਂ ਕਿਤਾਬਾਂ ਦੇ ਨਾਲ, ਤੇ ਉਹਨਾਂ ਦੇ ਵਿੱਚ ਫਿਰ ਮੈਂ ਸਾਰੇ ਕਵੀਆਂ ਨੂੰ ਪੜ੍ਹਿਆ, ਜਿਹੜੇ ਜਦੋਂ ਮੈਂ ਜਾਣਾ ਤਾਂ ਉਹਨਾਂ ਨੂੰ ਕਹਿਣਾ ਜੀ ਇੱਕ ਕਵੀ ਦੀ ਕਿਤਾਬ ਦੇ ਦਿਓ, ਕੋਈ ਕਵਿਤਾ ਦੀ ਕਿਤਾਬ ਦੇ ਦਿਓ। ਸੋ ਹੌਲੀ ਹੌਲੀ ਨਾਲ ਲਿਖਦੀ ਗਈ। ਜਦੋਂ ਮੈਂ MA ਕੀਤੀ ਆ ਉਦੋਂ ਮੇਰੀਆਂ 3 ਕਿਤਾਬਾਂ ਛਪ ਚੁੱਕੀਆਂ ਸੀਗੀਆਂ। ਅੱਛਾ ਜੀ। ਹਾਂਜੀ। ਔਰ ਇੱਕ ਬੜਾ ਵੱਡਾ ਇੱਕ ਕਹਿ ਸਕਦੇ ਹਾਂ ਕਿ ਜ਼ਿੰਦਗੀ ਦਾ ਉਹ ਸਫ਼ਰ, ਉਹ ਵੇਲਾ ਜਦੋਂ ਸੁਖਵਿੰਦਰ ਅੰਮ੍ਰਿਤ ਹੋਰਾਂ ਨੇ ਆਪਣੇ ਕੁੜੀ ਦੇ ਨਾਲ ਹੀ ਉਸੇ ਸਕੂਲ ਦੇ ਵਿੱਚ 10ਵੀਂ ਕੀਤੀ ਜੀ ਨਾ, ਤੇ ਇਹ ਇੱਕ ਬਹੁਤ ਸੁਭਾਗੀ ਗੱਲ ਹੈ, ਸਾਡੇ ਵਾਸਤੇ ਬਹੁਤ ਚੰਗੀ ਗੱਲ ਹੈ। ਤੇ ਸੁਖਵਿੰਦਰ ਅੰਮ੍ਰਿਤ ਜੀ, ਜੇ ਅਸੀਂ ਗੀਤਾਂ ਦੀ ਗੱਲ ਕਰਦੇ ਹਾਂ, ਅਸੀਂ ਗਜ਼ਲ ਦੀ ਗੱਲ ਕਰਦੇ ਹਾਂ, ਅਸੀਂ ਸ਼ੇਰੋ ਸ਼ਾਇਰੀ ਦੀ ਗੱਲ ਕਰਦੇ ਹਾਂ, ਤੇ ਸੁਖਵਿੰਦਰ ਅੰਮ੍ਰਿਤ ਦਾ ਨਾਮ ਆਪ ਮੁਹਾਰੇ ਮੂੰਹ ਤੇ ਆ ਜਾਂਦਾ। ਪਰ ਸੁਖਵਿੰਦਰ ਅੰਮ੍ਰਿਤ ਇਹਨਾਂ ਤਿੰਨਾਂ ਦੇ ਵਿੱਚੋਂ ਜ਼ਿਆਦਾ ਕੀ ਲਿਖਦੀ ਹੈ? ਜ਼ਿਆਦਾ ਮੈਂ ਗਜ਼ਲ ਲਿਖਦੀ ਹਾਂ ਜੀ। ਅੱਛਾ ਜੀ। ਕਿਉਂਕਿ ਗਜ਼ਲ ਲਿਖ ਕੇ ਨਾ ਮੈਨੂੰ ਇੱਕ ਸੰਤੁਸ਼ਟੀ ਹੁੰਦੀ ਆ। ਜਦੋਂ ਮੈਂ ਗੀਤ ਤੇ ਨਜ਼ਮ ਲਿਖਦੀ ਸੀਗੀ ਤਾਂ ਉਹ ਵੀ ਮੈਨੂੰ ਚੰਗੇ ਲੱਗਦੇ ਸੀਗੇ, ਪਰ ਜਦੋਂ ਮੈਂ ਗਜ਼ਲ ਲਿਖਣੀ ਸ਼ੁਰੂ ਕੀਤੀ ਤੇ ਗਜ਼ਲ ਦੇ ਸ਼ੇਰਾਂ 'ਚ ਮੈਨੂੰ ਐਂ ਲੱਗਿਆ ਵੀ ਜਿਹੜੀ ਗੱਲ ਮੈਂ ਜਿੰਨੀ ਸ਼ਿੱਦਤ ਨਾਲ ਕਹਿਣਾ ਚਾਹੁੰਦੀ ਸੀ, ਜਿੰਨਾ ਮਤਲਬ ਮੈਂ ਉਹ 'ਚ ਅਸਰ ਭਾਲਦੀ ਸੀਗੀ, ਵੀ ਉਹ ਗਜ਼ਲ ਦੇ ਸ਼ੇਰ ਦੇ ਵਿੱਚ ਮੈਨੂੰ ਮਹਿਸੂਸ ਹੁੰਦਾ ਸੀਗਾ।
ਤੇ ਜਿਵੇਂ ਹੁਣ ਮੈਂ ਤੁਹਾਨੂੰ ਸੁਣਾਈ ਆ ਨਾ, ਬੜੀ ਹੀ ਨਰਮ ਪੱਤੀ ਹਾਂ ਤੁਹਾਨੂੰ, ਇਦਾਂ ਦੀਆਂ ਗਜ਼ਲਾਂ ਮੈਂ ਲਿਖਣੇ ਸ਼ੁਰੂ ਕੀਤੀਆਂ। ਸੂਰਜ ਦੀ ਦਹਲੀਜ਼ 'ਚ ਬਹੁਤ ਸਾਰੀਆਂ ਗਜ਼ਲਾਂ ਹੈਗੀਆਂ ਉਹਨਾਂ ਸਮਿਆਂ ਦੀਆਂ ਜਿਹੜੀਆਂ ਮੈਂ ਸ਼ੁਰੂ 'ਚ ਲਿਖੀਆਂ ਜੀ। ਤੇ ਮੈਨੂੰ ਲੱਗਿਆ ਵੀ ਹਾਂ ਹੁਣ ਗੱਲ ਬਣ ਗਈ, ਤਾਂ ਮੈਨੂੰ ਮੇਰਾ ਗਜ਼ਲ ਨਾਲ ਪਿਆਰ ਪੈ ਗਿਆ। ਜਿਹੜੀਆਂ ਪਹਿਲੀਆਂ 2 ਕਿਤਾਬਾਂ ਫਿਰ ਗਜ਼ਲਾਂ ਦੀਆਂ ਆਈਆਂ, ਤੇ ਫਿਰ ਨਜ਼ਮਾਂ ਦੀ ਆਈ, ਫਿਰ ਗਜ਼ਲ ਦੀ ਆਈ, ਇਦਾਂ ਹੁਣ 5 ਕਿਤਾਬਾਂ ਗਜ਼ਲਾਂ ਦੀਆਂ ਨੇ, 3 ਨਜ਼ਮਾਂ ਦੀਆਂ ਨੇ, 1 ਗੀਤਾਂ ਦੀ ਆ, ਤੇ ਬਾਕੀ ਕੁਝ ਮੇਰਾ ਸੰਪਾਦਨ ਦਾ ਕੰਮ ਆ ਜੀ, ਔਰ ਜਾਂ ਅਨੁਵਾਦ ਦਾ ਕੰਮ ਵੀ ਹੈਗਾ ਜੀ। ਸੂਰਜ ਦੀ ਦਹਲੀਜ਼ ਤੋਂ ਉਹ ਸਾਹਿਤਕ ਸਫ਼ਾ ਦੇ ਵਿੱਚ ਆਪਣਾ ਕਦਮ ਧਰਨ ਵਾਲੇ ਸੁਖਵਿੰਦਰ ਅੰਮ੍ਰਿਤ ਜੀ ਅੱਜ ਸਾਡੇ ਨਾਲ ਨੇ, ਔਰ ਇਹਨਾਂ ਦਾ ਇੱਕ ਸ਼ੇਅਰ ਇਹਨਾਂ ਨੂੰ ਅਸੀਂ ਸੁਣਾ ਕੇ ਫਿਰ ਬਹੁਤ ਕੁਝ ਸੁਣਨਾ ਚਾਹਾਂਗੇ ਕਿ ਕਿਵੇਂ ਪਰ ਸਮੇਟ ਕੇ ਬਹਿ ਰਹਾ, ਕਿਵੇਂ ਭੁੱਲ ਜਾਵਾਂ ਉਡਾਨ ਨੂੰ। ਜਿਹੜੇ ਲੋਕ ਉਡਾਨ ਨੂੰ ਭੁੱਲਦੇ ਨਹੀਂ ਨਾ, ਫਿਰ ਉਹ ਜ਼ਿੰਦਗੀ ਦੇ ਵਿੱਚ ਬਹੁਤ ਉੱਚਾ ਉੱਡਦੇ ਨੇ ਜੀ। ਇਸੇ ਗਜ਼ਲ ਦੇ ਚੰਦ ਸ਼ੇਅਰ ਹੋ ਜਾਣ। ਹਾਂਜੀ, ਮੈਂ ਨਾ ਹੁਣ ਇੱਥੇ ਪਹਿਲਾਂ ਮੈਂ ਗਜ਼ਲ ਨਾ ਥੋੜੀ ਅਪਡੇਟ ਕੀਤੀ ਆ। ਜਿਵੇਂ ਮੈਂ ਇਹ ਲਿਖਿਆ ਸੀਗਾ ਵੀ ਮੈਂ, ਉਹ 'ਚ ਮੈਂ ਸੀਗੀ ਹਨਾ, ਮੇਰਾ ਦਰਦ ਸੀ, ਇੱਕ ਔਰਤ ਦਾ ਦਰਦ ਸੀ। ਪਰ ਹੁਣ ਨਾ ਜਦੋਂ ਮੈਂ ਅੰਦੋਲਨ 'ਚ ਜਾਣਾ ਸ਼ੁਰੂ ਕੀਤਾ ਤਾਂ ਮੈਨੂੰ ਲੱਗਿਆ ਵੀ ਇਹ ਤਾਂ ਸਾਰੀ ਮਨੁੱਖਤਾ ਦਾ ਦਰਦ ਆ, ਤੇ ਮੈਂ ਨਾ ਅਸੀਂ ਕਹਿਣਾ ਸ਼ੁਰੂ ਕਰਤਾ। ਤਾਂ ਮੈਂ ਹੁਣ ਅਸੀਂ ਕਹਿ ਕੇ ਤੁਹਾਨੂੰ ਇਹ ਗਜ਼ਲ ਸੁਣਾਉਣੀ ਆ ਕਿ ਕਿਵੇਂ ਪਰ ਸਮੇਟ ਕੇ ਬਹਿ ਰਹੀਏ, ਕਿਵੇਂ ਭੁੱਲ ਜਾਈਏ ਉਡਾਣ ਨੂੰ। ਕਿਵੇਂ ਪਰ ਸਮੇਟ ਕੇ ਬਹਿ ਰਹੀਏ, ਕਿਵੇਂ ਭੁੱਲ ਜਾਈਏ ਉਡਾਣ ਨੂੰ। ਇਹ ਤਾਂ ਦਾਗ ਹੈ ਸਾਡੀ ਅਣਖ ਤੇ, ਇਹ ਹੈ ਮਿਹਣਾ ਸਾਡੇ ਈਮਾਨ ਨੂੰ। ਹੋਏ ਤਬਸਰੇ ਸਾਡੀ ਜ਼ਾਤ ਤੇ, ਸਾਡੀ ਨਸਲ ਅਕਲ ਔਕਾਤ ਤੇ, ਰਿਹਾ ਜ਼ਬਤ ਨਾ ਜਜ਼ਬਾਤ ਤੇ ਅਸੀਂ ਨਿਕਲੇ ਚੀਰ ਮਿਆਨ ਨੂੰ। ਜੇ ਤੂੰ ਰੋਕ ਸਕਦਾ ਤਾਂ ਰੋਕ ਲਾ ਇਸ ਰੋਹ ਦੇ ਵਹਿਣ ਨੂੰ ਮੁਨਸਫਾ। ਅਸੀਂ ਜਾ ਰਹੇ ਹਾਂ ਉਲੰਘ ਕੇ ਤੇਰੇ ਹੁਕਮ ਨੂੰ, ਫਰਮਾਨ ਨੂੰ। ਇਹ ਹਨੇਰ ਗਰਦ ਗੁਬਾਰ ਹੈ, ਸਾਡੇ ਰਾਹ 'ਚ ਉੱਚੀ ਦੀਵਾਰ ਹੈ। ਅਸੀਂ ਕਿੰਜ ਕਰਾਂਗੇ ਕਬੂਲ ਦੱਸ ਤੇਰੇ ਫਲਸਫੇ, ਤੇਰੇ ਗਿਆਨ ਨੂੰ। ਇਹ ਅੱਗ ਕਾਨੂੰਨ ਨਾ ਜਾਣਦੀ, ਇਹ ਤਾਂ ਲਹਿਰ ਉਹਨਾਂ ਦੇ ਹਾਣ ਦੀ, ਜਿਹੜੇ ਸਿਦਕ ਆਪਣਾ ਪਗਾਉਣ ਲਈ ਝੱਟ ਦਾਅ ਤੇ ਲਾ ਦਿੰਦੇ ਜਾਨ ਨੂੰ। ਇਸ ਅਗਨ ਤੇ ਇਤਬਾਰ ਕਰ, ਸਾਡਾ ਨਾਂ ਉਹਨਾਂ 'ਚ ਸ਼ੁਮਾਰ ਕਰ, ਜਿਹੜੇ ਜਾਲ ਦੇ ਜਿੰਦ ਆਪਣੀ ਅਤੇ ਨੂਰ ਵੰਡਦੇ ਜਹਾਨ ਨੂੰ। ਵਾਹ ਜੀ ਵਾਹ, ਕੀ ਬਾਤ ਹੈ, ਬਹੁਤ ਖੂਬ। ਔਰ ਇਹ ਜਿਹੜੀਆਂ ਚੀਜ਼ਾਂ ਨੇ ਇਹ ਸੱਚਮੁੱਚ ਦਿਲਾਂ ਦੇ ਅੰਦਰ ਜੋਸ਼ ਵੀ ਭਰਦੀਆਂ ਨੇ। ਬਗਾਵਤੀ ਸੁਰ ਜਿਹੜੇ ਨੇ ਔਰ ਬਾਗੀ ਸੋਚ ਜਿਹੜੀ ਹੈ ਉਹ ਹਮੇਸ਼ਾ ਅੱਗੇ ਆਪਣੇ ਲਈ ਆਪਣੇ ਹਿੱਸੇ ਦਾ ਜਿਹੜਾ ਖਲਾ ਆ, ਜਿਹੜਾ ਉਹ ਅੱਗੇ ਵੱਧ ਕੇ ਆਪਣੇ ਹਿੱਸੇ ਦਾ ਆਸਮਾਨ ਜਿਹੜਾ ਆ ਉਹ ਲੈਂਦੀ ਹੈ। ਬਿਲਕੁਲ ਜੀ। ਔਰ ਜੀ ਗੱਲ ਕਰੀਏ ਅਸੀਂ ਸਦੀਆਂ ਤੋਂ ਅਗਨੀ ਪ੍ਰੀਖਿਆ ਚੋਂ ਲੰਘਦੀ ਔਰਤ ਖੁਦ ਅਗਨੀ ਹੋ ਗਈ, ਤੇ ਇਸ ਅਗਨੀ ਨੂੰ ਹੁਣ ਹੋਰ ਕਿਹੜੀ ਅਗਨੀ ਚੋਂ ਕੱਢੋਗੇ, ਹੈਨਾ। ਤੁਸੀਂ ਇਦਾਂ ਦਾ ਵੀ ਬਹੁਤ ਕੁਝ ਲਿਖਿਆ, ਔਰਤਾਂ ਦੇ ਬਾਰੇ ਬਹੁਤ ਕੁਝ ਲਿਖਿਆ, ਤੇ ਸੁਖਵਿੰਦਰ ਅੰਮ੍ਰਿਤ ਦੇ ਜ਼ਿਹਨ ਦੇ ਵਿੱਚ, ਉਹਦੇ ਮਨ ਦੇ ਵਿੱਚ ਪੜ੍ਹਾਈ ਨੂੰ ਲੈ ਕੇ ਹਮੇਸ਼ਾ ਟੀਸ ਕਿਉਂ ਨਿਕਲਦੀ ਹੁੰਦੀ ਸੀ? ਪੜ੍ਹਾਈ ਨੂੰ ਲੈ ਕੇ ਕਿਉਂਕਿ ਮੈਨੂੰ ਲੱਗਦਾ ਵੀ ਜਿਹੜੀਆਂ ਕੁੜੀਆਂ ਵਾ ਨਾ, ਜੇ ਉਹਨਾਂ ਨੂੰ ਪੜ੍ਹਨ ਲਿਖਣ ਦੇ ਮੌਕੇ ਬਰਾਬਰ ਮਿਲਣ, ਜਿੰਨੀ ਉਹਨਾਂ ਦੇ ਵਿੱਚ ਪ੍ਰਤਿਭਾ, ਸਮਰੱਥਾ, ਯੋਗਤਾ ਹੁੰਦੀ ਆ ਜੀ, ਮਤਲਬ ਉਹਨਾਂ ਨੂੰ ਉਹ ਵਿਖਾਉਣ ਦਾ ਮੌਕਾ ਮਿਲੇ ਤਾਂ ਉਹ ਬਹੁਤ ਤਰੱਕੀ ਕਰ ਸਕਦੀਆਂ ਨੇ ਜੀ। ਔਰ ਇਹੀ ਗੱਲ ਆ ਕਿ ਜਦੋਂ ਸਾਨੂੰ ਪੜ੍ਹਨ ਲਿਖਣ ਦੇ ਮੌਕੇ ਨਹੀਂ ਮਿਲਦੇ, ਜਿਵੇਂ ਸਾਡੇ ਮਾਪੇ ਡਰੇ ਹੋਏ ਸਾਨੂੰ ਦੂਰ ਸਕੂਲੇ ਨਹੀਂ ਭੇਜਦੇ ਸੀ, ਜਿਵੇਂ ਸਾਨੂੰ ਵੀ ਦੂਜੇ ਪਿੰਡ ਜਾਣਾ ਪੈਂਦਾ ਸੀਗਾ, ਉਹਨਾਂ ਦੀ ਇੱਕ ਵੱਡਾ ਕਾਰਨ ਕਿਉਂਕਿ ਕੁੜੀਆਂ ਦੀ ਸੁਰੱਖਿਆ ਦਾ ਕਾਰਨ ਹੁੰਦਾ ਹਨਾ, ਤਾਂ ਇਸ ਕਰਕੇ ਉਹ ਉਹਨਾਂ ਵਿਚਾਰੀਆਂ ਨੂੰ ਮੌਕੇ ਨਹੀਂ ਮਿਲਦੇ ਤੇ ਉਹ ਪਿੱਛੇ ਰਹਿ ਜਾਂਦੀਆਂ। ਤੇ ਮੈਂ ਸੋਚਦੀ ਹਾਂ ਵੀ ਕੁੜੀਆਂ ਨੂੰ ਵੱਧ ਤੋਂ ਵੱਧ ਪੜ੍ਹਾਉਣਾ ਲਿਖਾਉਣਾ ਚਾਹੀਦਾ ਤਾਂ ਕਿ ਉਹ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ, ਉਹ ਆਤਮ ਨਿਰਭਰ ਹੋ ਸਕਣ, ਉਹਨਾਂ 'ਚ ਆਤਮ ਵਿਸ਼ਵਾਸ ਵਧੇ ਤੇ ਉਹ ਉੱਚਿਆਂ ਰੁਤਬਿਆਂ ਤੇ ਜਾ ਸਕਣ। ਤਾਂ ਉਹਨਾਂ ਦੀ ਜਿਹੜੀ ਇੱਕ ਉਹਨਾਂ ਦੇ ਵਿੱਚ ਉਹਨਾਂ ਦੀ ਸ਼ਕਤੀ ਵੀ ਉਹਨਾਂ ਦੇ ਕੋਲੇ ਆਵੇ, ਕਿਉਂਕਿ ਜਦੋਂ ਤੁਹਾਡੇ ਪਰਸ ਵਿੱਚ ਪੈਸੇ ਹੁੰਦੇ ਆ, ਤੁਹਾਡੀ ਜੇਬ ਵਿੱਚ ਪੈਸੇ ਹੁੰਦੇ ਆ, ਤਾਂ ਤੁਹਾਡੇ ਕੋਲੇ ਆਤਮ ਨਿਰਭਰਤਾ ਦੇ ਨਾਲ ਨਾਲ ਇੱਕ ਕੌਨਫੀਡੈਂਸ, ਇੱਕ ਆਤਮ ਵਿਸ਼ਵਾਸ ਦੇ ਨਾਲ ਇੱਕ ਸ਼ਕਤੀ ਵੀ ਹੁੰਦੀ ਆ। ਸੋ ਇਸ ਕਰਕੇ ਮੈਂ ਕਹਿੰਦੀ ਹਾਂ ਵੀ ਕੁੜੀਆਂ ਨੂੰ ਪੜ੍ਹਾਉਣਾ ਜ਼ਰੂਰੀ ਆ ਜੀ। ਬਿਲਕੁਲ ਜੀ, ਪੜ੍ਹਾਈ ਲਿਖਾਈ ਜ਼ਿੰਦਗੀ ਦਾ ਇੱਕ ਉਹ ਬੇਸ਼ਕੀਮਤੀ ਗਹਿਣਾ ਜਿਹਨੂੰ ਕੋਈ ਵੀ ਚੁਰਾ ਨਹੀਂ ਸਕਦਾ, ਔਰ ਹਮੇਸ਼ਾ ਨਿਤ ਦਿਨ ਉਹ ਨਿਖਰਦਾ ਰਹਿੰਦਾ ਹੈ, ਕੁਝ ਵੀ ਉਹਦੇ ਵਿੱਚੋਂ ਘਟਦਾ ਨਹੀਂ। ਪਰ ਜੇਕਰ ਅਸੀਂ ਗੱਲ ਕਰੀਏ ਤੁਹਾਡੇ ਸਾਹਿਤਕ ਸਫ਼ਰ ਦੀ, ਇਸ ਸਾਹਿਤਕ ਸਫ਼ਰ ਦੇ ਵਿੱਚ ਚਲਦਿਆਂ ਕੋਈ ਉਂਗਲ ਫੜਨ ਵਾਲਾ ਵੀ ਚਾਹੀਦਾ ਹੁੰਦਾ ਹੈ। ਤੁਹਾਡਾ ਰਾਹਨੁਮਾ ਕੌਣ ਸੀ? ਮੇਰੇ ਰਾਹਨੁਮਾ, ਜਿਵੇਂ ਮੈਂ ਪਹਿਲਾਂ ਤਾਂ ਆਪਣੇ ਅਧਿਆਪਕ ਦੀ ਗੱਲ ਕੀਤੀ ਹੈ ਨਾ, ਜਿਨ੍ਹਾਂ ਨੇ ਮੇਰੇ ਮਨ ਵਿੱਚ ਸੁਪਨਾ ਬੀਜਿਆ। ਫਿਰ ਇੱਕ ਸਾਡੇ ਗੁਆਂਢੀ ਪਰਿਵਾਰ ਸੀਗਾ ਹਨਾ, ਉਹਨਾਂ ਨੇ ਜਦੋਂ ਮੇਰੀਆਂ ਮਤਲਬ ਸਹੁਰਿਆਂ ਪਰਿਵਾਰਾਂ ਨੇ ਕਾਪੀਆਂ ਪਾੜਨੀਆਂ ਸ਼ੁਰੂ ਕੀਤੀਆਂ ਤਾਂ ਉਹਨਾਂ ਨੇ ਸਾਂਭਣੀਆਂ ਸ਼ੁਰੂ ਕੀਤੀਆਂ। ਉਹਨਾਂ ਨੇ ਕਹਿਣਾ ਕੋਈ ਨਾ ਵੀ ਸੁਖਿੰਦਰ ਤੂੰ ਜਦੋਂ ਥੋੜੇ ਜਿਹੇ ਗੀਤ ਲਿਖ ਲੈਣੇ ਨੇ ਸਾਨੂੰ ਫੜਾ ਦਿਆ ਕਰ, ਅਸੀਂ ਸਾਂਭ ਕੇ ਰੱਖਾਂਗੇ। ਤਾਂ ਉਹ ਬਹੁਤ ਸਾਲਾਂ ਮਗਰੋਂ ਫਿਰ ਮੈਂ ਉਹਨਾਂ ਤੋਂ ਲੈ ਕੇ ਆਈ ਵਾਪਸ, ਜਦੋਂ ਘਰੇ ਮਾਹੌਲ ਠੀਕ ਹੋਇਆ, ਜਿਹੜੇ ਹਲੇ ਵੀ ਮੈਂ ਸਾਂਭ ਕੇ ਸੀਜ਼ ਫਾਇਰ ਹੋ ਗਿਆ। ਹਾਂਜੀ ਜਿਹੜੇ ਮੈਂ ਸਾਂਭ ਕੇ ਰੱਖੇ ਹੋਏ ਆ ਨਾ ਉਹਨਾਂ ਨੇ, ਮਤਲਬ
ਤੇ ਫਿਰ ਇੱਕ ਉਹਨਾਂ ਦੇ ਘਰੇ ਉਸ ਪਰਿਵਾਰ ਦੇ ਘਰੇ ਨਾ ਆਉਣੀ ਜਾਣੀ ਸੀਗੀ ਕਲਾਕਾਰ ਲੋਕਾਂ ਦੀ, ਕਿਉਂਕਿ ਉਹ ਬਹੁਤ ਕਲਾ ਦੇ ਰਸੀਏ ਕਦਰਦਾਨ ਸੀਗੇ ਜੀ ਜੀ। ਤਾਂ ਉੱਥੇ ਬਖਸ਼ੀ ਰਾਮ ਕੌਸ਼ਲ ਨਾਂ ਦੇ ਇੱਕ ਸ਼ਾਇਰ ਲੁਧਿਆਣੇ ਹੁੰਦੇ ਸੀਗੇ, ਹੁਣ ਪੂਰੇ ਹੋ ਗਏ। ਤੇ ਉਹਨਾਂ ਨੇ ਜਦੋਂ ਮੇਰੀ ਸੁਣੀ ਕਵਿਤਾ ਤੇ ਉਹ ਕਹਿੰਦੇ ਬੱਚੇ ਤੇਰੇ ਨਾ ਬਹੁਤ ਸੰਭਾਵਨਾਵਾਂ ਨੇ, ਤੇ ਇੱਕ ਤਾਂ ਆਪਣਾ ਤਖੱਲਸ ਰੱਖ ਲਾ। ਅੱਛਾ। ਤੇ ਉਹਨਾਂ ਨੇ ਜਿਹੜਾ ਅੰਮ੍ਰਿਤ ਨਾਮ ਉਹਨਾਂ ਨੇ ਦਿੱਤਾ ਮੈਨੂੰ। ਅੱਛਾ ਜੀ। ਤੇ ਸੁਖਵਿੰਦਰ ਤੋਂ ਸੁਖਵਿੰਦਰ ਅੰਮ੍ਰਿਤ। ਜੀ ਬਿਲਕੁਲ। ਤੇ ਇੱਕ ਕਹਿੰਦੇ ਤੂੰ ਨਾ ਗਜ਼ਲ ਵੱਲ ਧਿਆਨ ਦੇ ਥੋੜਾ ਜਿਹਾ। ਅੱਛਾ। ਤੇ ਤੈਨੂੰ ਕਹਿੰਦੇ ਗਜ਼ਲ ਸੁਣਨੀ ਗਜ਼ਲ ਤੈਨੂੰ ਚੰਗੀ ਲੱਗਦੀ ਆ? ਮੈਂ ਕਿਹਾ ਹਾਂਜੀ, ਮੈਂ ਰੇਡੀਓ 'ਚ ਸੁਣਦੀ ਹੁੰਨੀ ਆ, ਉਰਦੂ ਗਜ਼ਲ ਸੁਣਦੀ ਹੁੰਨੀ ਆ, ਉਰਦੂ ਗਜ਼ਲਾਂ ਦੇ ਪ੍ਰੋਗਰਾਮ ਆਉਂਦੇ ਹੁੰਦੇ ਆ। ਕਹਿੰਦੇ ਤੂੰ ਬਸ ਤੂੰ ਪੰਜਾਬੀ 'ਚ ਲਿਖਣ ਦੀ ਕੋਸ਼ਿਸ਼ ਕਰ। ਤੇ ਮੈਂ ਕਿਹਾ ਉਹ ਤਾਂ ਬਹੁਤ ਜ਼ਿਆਦਾ ਸੋਹਣੀਆਂ ਹੁੰਦੀਆਂ ਨੇ। ਕਹਿੰਦੇ ਤੂੰ ਵੀ ਫਿਰ ਸੋਹਣੀਆਂ ਲਿਖਿਆ ਕਰੇਂਗੀ। ਤਾਂ ਉਹਨਾਂ ਨੇ ਮੈਨੂੰ ਗਜ਼ਲ ਲਈ ਪ੍ਰੇਰਿਆ। ਤੇ ਪਰ ਨਾ ਉਹਦੇ ਵਿੱਚ ਮੈਂ ਲਿਖਣ ਤਾਂ ਲੱਗ ਗਈ ਗਜ਼ਲ। ਉਹਨਾਂ ਨੇ ਮੈਨੂੰ ਦੱਸਿਆ ਹਨਾ, ਤਰਾ ਮਿਸਰਾ ਦੇ ਦੇਣਾ, ਕਾਫੀਆ, ਰਦੀਫ, ਉਹਨਾਂ ਨੇ ਮੈਨੂੰ ਦੱਸਿਆ ਕੀ ਹੁੰਦਾ ਜੀ। ਪਰ ਜਿਵੇਂ ਉਹ ਨਾ ਮੈਂ ਅਭਿਆਸ ਕਰਦੀ ਸੀਗੀ, ਯਤਨ ਕਰਕੇ ਲਿਖਦੀ ਸੀਗੀ, ਉਹਨਾਂ ਦੇ ਵਿੱਚ ਉਹ ਗਹਿਰਾਈ ਨਹੀਂ ਸੀਗੀ ਮੈਨੂੰ ਲੱਭਦੀ। ਜੋ ਮੈਂ ਕਹਿਣਾ ਚਾਹੁੰਦੀ ਸੀ, ਮੇਰੇ ਮਨ ਦੀ ਆਵਾਜ਼, ਮੇਰੇ ਮਨ ਦਾ ਜੋ ਭਾਵਨਾ ਉਹਨਾਂ ਦੇ ਵਿੱਚ ਮੈਨੂੰ ਲੱਭਦੀ ਨਹੀਂ ਸੀਗੀ ਜੀ। ਤੇ ਮੈਂ ਸੋਚਣਾ ਵੀ ਜਿਹੜੀਆਂ ਸੋਹਣੀਆਂ ਗਜ਼ਲਾਂ ਨਾ ਸਿਰਫ ਉਰਦੂ 'ਚ ਲਿਖੀਆਂ ਜਾ ਸਕਦੀਆਂ, ਪੰਜਾਬੀ 'ਚ ਨਹੀਂ ਲਿਖੀਆਂ ਜਾਂਦੀਆਂ। ਪਰ ਜਦੋਂ ਫਿਰ ਬਹੁਤ ਸਾਲ ਬਾਅਦ ਹਨਾ ਮੈਂ ਸੁਰਜੀਤ ਪਾਤਰ ਜੀ ਦੀ ਕਿਤਾਬ ਹਵਾ ਵਿੱਚ ਲਿਖੇ ਹਰਫ ਪੜ੍ਹੀ ਤਾਂ ਮੈਂ ਹੈਰਾਨ ਹੋ ਗਈ। ਮੈਂ ਕਿਹਾ ਅੱਛਾ, ਮੈਂ ਕਿਹਾ ਪੰਜਾਬੀ 'ਚ ਵੀ ਇੰਨੀਆਂ ਸੋਹਣੀਆਂ ਗਜ਼ਲਾਂ ਲਿਖੀਆਂ ਜਾ ਸਕਦੀਆਂ ਨੇ। ਤਾਂ ਬਸ ਉਹ ਕਿਤਾਬ ਪੜ੍ਹ ਕੇ ਫਿਰ ਮੈਂ ਉਹਨਾਂ ਦੇ ਘਰ ਉਹਨਾਂ ਨੂੰ ਮਿਲਣ ਗਈ। ਮੈਂ ਕਿਹਾ ਜੀ ਵੀ ਮੈਨੂੰ ਤੁਸੀਂ ਵੀ ਮੇਰੇ ਸਿਰ ਤੇ ਹੱਥ ਰੱਖੋ, ਵੀ ਮੈਨੂੰ ਸ਼ਾਇਦ ਗੁਰੂ ਦੀ ਲੋੜ ਆ, ਵੀ ਮੈਂ ਭਟਕਦੀ ਫਿਰਦੀ ਆ, ਵੀ ਮੇਰੇ ਕੋਲੇ ਮੈਨੂੰ ਕੋਈ ਰਾਹਨੁਮਾ ਦੀ ਜ਼ਰੂਰਤ ਆ ਹਨਾ, ਵੀ ਮੈਨੂੰ ਕੋਈ ਪ੍ਰੇਰਨਾ ਦੇਣ ਵਾਲਾ ਜਾਂ ਕੋਈ ਇਹੋ ਜਿਹੀ ਸੰਗਤ ਹੈ ਨਹੀਂ ਹਨਾ। ਤੇ ਫਿਰ ਉਹਨਾਂ ਦੇ ਘਰੇ ਆਉਣ ਜਾਣ ਲੱਗੀ ਮੈਂ। ਉਹਨਾਂ ਨੇ ਮੈਨੂੰ ਮਾੜਾ ਮਾੜਾ ਦੱਸਣਾ ਸ਼ੁਰੂ ਕੀਤਾ ਹਨਾ, ਵੀ ਉਹਨਾਂ ਦੀ ਸ਼ਾਬਾਸ਼ੀ ਬਹੁਤ ਸੀਗੀ, ਕਿਉਂਕਿ ਗਜ਼ਲ ਤੇ ਅਭਿਆਸ ਤਾਂ ਮੈਂ ਪਹਿਲਾਂ ਹੀ ਕਰਦੀ ਸੀਗੀ। ਪਰ ਉਹਨਾਂ ਦੀ ਜਿਹੜੀ ਸ਼ਾਬਾਸ਼ ਸੀ, ਜਾਂ ਉਹਨਾਂ ਨੇ ਕਹਿਣਾ ਤੂੰ ਤਾਂ ਬਹੁਤ ਸੋਹਣਾ ਲਿਖਿਆ, ਆਹ ਸ਼ੇਰ ਤਾਂ ਤੂੰ ਬਹੁਤ ਹੀ ਸੋਹਣਾ ਲਿਖਤਾ ਹਨਾ। ਤਾਂ ਫਿਰ ਬਸ ਜਾਣੀ ਮੇਰਾ ਹੌਸਲਾ ਵੱਧ ਗਿਆ ਜੀ। ਤਾਂ ਮੈਂ ਉਹਨਾਂ ਨੂੰ ਆਪਣੇ ਕਿਹਾ, ਮੈਂ ਕਿਹਾ ਤੁਸੀਂ ਮੇਰੇ ਮੁਰਸ਼ਿਦ ਆ ਹੁਣ। ਬਸ ਮੈਂ ਕਿਹਾ ਤੁਹਾਡੀ ਸੰਗਤ ਸੋਬਤ ਨਾਲ, ਤੁਹਾਡੇ ਵੱਲੋਂ ਮਿਲੀ ਸ਼ਾਬਾਸ਼, ਤੁਹਾਡੇ ਵੱਲੋਂ ਮਿਲੀ ਪ੍ਰੇਰਨਾ, ਉਹਦੇ ਕਰਕੇ ਮੇਰੀ ਗਜ਼ਲ ਦੇ ਵਿੱਚ ਨਿਖਾਰ ਆ ਗਿਆ ਜੀ। ਸੁਖਵਿੰਦਰ ਜੀ, ਸੁਖਵਿੰਦਰ ਅੰਮ੍ਰਿਤ ਤੋਂ ਪਹਿਲਾਂ ਜਦੋਂ ਤੁਸੀਂ ਸੁਖਵਿੰਦਰ ਸੀ, ਕੁਆਰੇ ਹੁੰਦਿਆਂ, ਘਰ ਦਾ ਮਾਹੌਲ ਇਦਾਂ ਦਾ ਨਹੀਂ ਸੀ ਕਿ ਤੁਸੀਂ ਲਿਖ ਸਕੋ। ਮਾਂ ਦਾ ਜਿਹੜਾ ਇੱਕ ਨਜ਼ਰੀਆ ਉਹ ਇਹ ਕਹਿੰਦੀ ਸੀ ਕਿ ਜੇ ਤੇਰੇ ਪਿਓ ਨੂੰ ਪਤਾ ਲੱਗ ਗਿਆ ਤੇ ਉਹਨੇ ਤੇਰੇ ਨਾਲ ਨਾਲ ਮੈਨੂੰ ਵੀ ਵੱਢ ਦੇਣਾ ਹਨਾ। ਤੇ ਜਦੋਂ ਤੁਹਾਡਾ ਵਿਆਹ ਹੋ ਗਿਆ, ਨਾ ਤਾਂ ਪਤੀ ਦਾ ਸਾਥ ਸੀ ਇਸ ਪਾਸੇ ਤੇ ਸੱਸ ਦਾ ਵੀ ਸਾਥ ਕੁਝ ਇਹੋ ਜਿਹਾ ਹੀ ਸੀ ਜਿੱਦਾਂ ਦਾ ਮਾਂ ਦਾ ਸੀ, ਕਿਉਂਕਿ ਉਹਨੇ ਵੀ ਤੁਹਾਡੀਆਂ ਕਿਤਾਬਾਂ ਕਾਪੀਆਂ ਨੂੰ ਫਾੜ ਦਿੱਤਾ ਜੀ। ਜਦੋਂ ਸੁਖਵਿੰਦਰ ਤੋਂ ਸੁਖਵਿੰਦਰ ਅੰਮ੍ਰਿਤ ਬਣ ਗਏ, ਦੁਨੀਆ ਦੇ ਵਿੱਚ ਨਾਮਣਾ ਖੱਟ ਲਿਆ, ਤਾਂ ਉਸ ਵੇਲੇ ਇਹਨਾਂ ਦੋਨਾਂ ਮਾਵਾਂ ਦਾ ਕੀ ਨਜ਼ਰੀਆ ਸੀ ਤੁਹਾਡੇ ਪ੍ਰਤੀ? ਹਾਂਜੀ, ਦੋਨੇ ਮਾਵਾਂ ਬਹੁਤ ਮਾਣ ਕਰਦੀਆਂ ਸੀਗੀਆਂ। ਤੇ ਥੋੜਾ ਜਿਹਾ ਨਾ ਜਿਵੇਂ ਜਿਹੜੀ ਮੇਰੀ ਮਾਂ ਸੀਗੀ ਜਿਹਨੇ ਮੈਨੂੰ ਜਨਮ ਦਿੱਤਾ, ਉਹਨੂੰ ਮੈਂ ਜਦੋਂ ਪੁੱਛਿਆ ਹਨਾ ਵੀ ਜੀ ਤੁਸੀਂ ਮੇਰੀਆਂ ਇੱਦਾਂ ਕਾਪੀਆਂ ਪਾੜ ਦਿੰਦੇ ਸੀਗੇ, ਇੱਦਾਂ ਮੈਨੂੰ ਕਿਉਂ ਨਹੀਂ ਤੁਸੀਂ ਮੈਨੂੰ ਲਿਖਣ ਦਿੱਤਾ, ਨਾਲੇ ਮੈਨੂੰ ਕਿਉਂ ਨਹੀਂ ਪੜ੍ਹਨ ਦਿੱਤਾ, ਤੁਸੀਂ ਮੈਨੂੰ ਪੜ੍ਹਨੋਂ ਹਟਾ ਲਿਆ ਵੀ ਮੈਂ ਪੜ੍ਹ ਲਿਖ ਕੇ ਕੁਛ ਬਣਨਾ ਸੀਗਾ। ਤੇ ਫਿਰ ਉਹ ਕਹਿੰਦੇ ਸੀਗੇ ਵੀ ਪੁੱਤ ਤੈਨੂੰ ਪਤਾ ਹੀ ਆ ਵੀ ਤੇਰੇ ਪਾਪਾ ਜੀ ਦੇ ਸੁਭਾਅ ਦਾ ਹਨਾ। ਤੇ ਉਹ ਕਹਿੰਦੇ ਵੀ ਤੈਨੂੰ ਵੀ ਵੱਢ ਦਿੰਦੇ ਤੇ ਮੈਨੂੰ ਵੀ ਘਰੋਂ ਕੱਢ ਦਿੰਦੇ ਜੇ ਉਹਨਾਂ ਨੂੰ ਪਤਾ ਲੱਗ ਜਾਂਦਾ। ਸੋ ਇਸ ਤਰ੍ਹਾਂ ਮੈਂ ਦੇਖਿਆ ਨਾ ਵੀ ਇੱਕ ਕਿੱਦਾਂ ਪੁਰਸ਼ ਦਾ ਦਬਦਬਾ, ਤਾਂ ਉਹਦੇ ਵਿੱਚ ਕਿੱਦਾਂ ਔਰਤ ਪਿਸਦੀ ਆ, ਕਿਵੇਂ ਦਬੀ ਹੋਈ ਉਹ ਆਪਣੀ ਆਵਾਜ਼ ਬਾਹਰ ਨਹੀਂ ਕੱਢ ਸਕਦੀ ਤੇ ਆਪਣੀਆਂ ਧੀਆਂ ਨੂੰ ਵੀ ਉਵੇਂ ਦਬਾ ਕੇ ਰੱਖਣਾ ਚਾਹੁੰਦੀ ਆ ਜੀ। ਤੇ ਫਿਰ ਜਿਹੜੀ ਮੇਰੀ ਸੱਸ ਮਾਂ ਸੀਗੀ, ਤੇ ਜਦੋਂ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਬੀਜੀ ਤੁਸੀਂ ਏਦਾਂ ਮੈਨੂੰ ਕਿਉਂ ਮੇਰੀ ਕਾਪੀਆਂ ਪਾੜਦੇ ਸੀ, ਕਿਉਂ ਤੰਗ ਕਰਦੇ ਸੀਗੇ ਮੈਨੂੰ ਇੰਨਾ ਹਨਾ, ਮੇਰੇ ਪੇਕਿਆਂ ਨੂੰ ਲਾਂਭੇ ਦਿੰਦੇ ਸੀਗੇ ਵੀ ਗੀਤ ਲਿਖਦੀ ਆ। ਤਾਂ ਉਹਨੇ ਕਹਿਣਾ ਲੈ ਪੁੱਤ ਹੁਣ ਸਾਨੂੰ ਕੀ ਪਤਾ ਵੀ ਤੂੰ ਕੀ ਬਣਨਾ, ਸਾਨੂੰ ਕੀ ਪਤਾ ਹੁਣ ਗੀਤ ਗੂਤ ਦਾ, ਕਵਿਤਾ ਕੁਵਿਤਾ ਦਾ। ਸੋ ਪਰ ਉਹਨਾਂ ਨੇ ਮਾਣ ਬਹੁਤ ਮਤਲਬ ਕਰਨਾ ਹਨਾ। ਮੰਨ ਲਓ ਜਦੋਂ ਮੇਰੀ ਇੱਕ ਕਿਤਾਬ ਛਪ ਕੇ ਆਉਣੀ ਤਾਂ ਉਹਨਾਂ ਨੇ ਕਹਿਣਾ। ਅੱਛਾ, ਜਦੋਂ ਮੈਂ ਮਾਫੀ ਚਾਹੁੰਦਾ ਤੁਹਾਡੀ ਗੱਲ ਟੋਕ ਰਿਹਾ, ਜਦੋਂ ਪਹਿਲੀ ਕਿਤਾਬ ਛਪ ਕੇ ਆਈ ਆਪਣੀ ਮਾਂ ਦੇ ਨਾਲ ਜਾ ਕੇ ਉਹ ਕਿਤਾਬ ਸਾਂਝੀ ਵੀ ਕੀਤੀ ਹੋਊਗੀ, ਕੋਈ ਸੁਣਾਈ ਫਿਰ ਉਹਨਾਂ ਨੂੰ ਕਵਿਤਾ ਕਿ ਮਾਤਾ ਸੁਣਾ ਫਿਰ ਮੈਂ ਲਿਖੀ ਹੋਈ ਹੈ? ਹਾਂਜੀ, ਮੈਂ ਸੁਣਾਉਂਦੀ ਹੁੰਦੀ ਸੀਗੀ। ਫਿਰ ਉਹ ਬਸ ਹੈਰਾਨ ਜੀ ਹੋ ਜਾਂਦੀ ਸੀਗੀ, ਚੁੱਪ ਜੇ ਕਰ ਜਾਂਦੀ ਸੀਗੀ ਹਨਾ। ਤੇ ਉਹਨੂੰ ਸਮਝ ਨਹੀਂ ਸੀ ਲੱਗਦੀ ਕਿ ਵੀ ਇਹ ਹੁਣ ਚਲੋ ਕਵਿਤਾ ਤੇ ਇਹਨੇ ਸੋਹਣੀ ਲਿਖ ਲਈ, ਕਿਤਾਬ ਵੀ ਛਪ ਲਈ, ਵੀ ਹੁਣ ਅੱਗੇ ਕੀ ਹੋਊਗਾ। ਅੱਛਾ, ਇੱਕ ਚੀਜ਼ ਨਾ ਮੇਰੇ
ਤੇ ਮੇਰੇ ਜਿਹੜੇ ਜੀਵਨ ਸਾਥੀ ਸੀਗੇ ਜੀ ਉਹ ਕਹਿੰਦੇ ਕੋਈ ਪੈਸੇ ਪੂਸੇ ਕਮਾਉਣ ਵਾਲਾ ਕੰਮ ਕਰਨਾ ਸੀ, ਨੌਕਰੀ ਕਰ ਲੈਂਦੀ ਇਹਦੇ ਨਾਲ ਤਾਂ ਕੋਈ। ਅੱਛਾ, ਇੱਕ ਚੀਜ਼ ਮੈਂ ਉਹ ਜਾਣਨਾ ਚਾਹਾਂਗੀ, ਤੁਹਾਡੀ ਸੱਸ ਦਾ ਉਹ ਵਾਲਾ ਨਜ਼ਰੀਆ ਜਿਹੜਾ ਅਕਸਰ ਕਹਿੰਦੇ ਸੀ ਵੀ ਡਾਕੀਏ ਦਾ ਇੰਤਜ਼ਾਰ, ਡਾਕੀਏ ਦਾ ਇੰਤਜ਼ਾਰ ਕਰਦੇ ਹੁੰਦੇ ਸੀ, ਤੇ ਵੀ ਹਾਂ ਹੁਣ ਮੇਰੀ ਜਿਹੜੀ ਨੂੰਹ ਧੀ ਹੈ ਨਾ ਉਹਦੀ ਅਗਲੀ ਕਿਤਾਬ ਛਪ ਕੇ ਆਣੀ ਹੈ, ਤੇ ਜਦ ਤੱਕ ਡਾਕੀਏ ਇਹਨਾਂ ਨੇ ਨਾ ਆਣਾ ਤੇ ਦਰਵਾਜ਼ੇ 'ਚ ਹੀ ਖੜੇ ਰਹਿਣਾ। ਹਾਂਜੀ ਇਦਾਂ ਬਸ ਮੈਂ ਦੱਸਦੀ ਸੀ ਕਿ ਤੁਹਾਨੂੰ ਵੀ ਉਹ ਬਹੁਤ ਸੋਹਣੀਆਂ ਗੱਲਾਂ ਕਰਦੇ ਸੀ, ਬਹੁਤ ਪਿਆਰ ਕਰਦੇ ਸੀ ਮੈਨੂੰ, ਹਨਾ ਜੀ। ਫਿਰ ਕਹਿਣਾ ਵੀ ਬਿੰਦਰ, ਜਦੋਂ ਨਵੀਂ ਕਿਤਾਬ ਆਉਣੀ ਕਹਿਣਾ ਬਿੰਦਰ ਹੁਣ ਆਪਣੀ ਕੈ ਕਿਤਾਬਾਂ ਹੋ ਗਈਆਂ ਤਾਂ ਮਾਣ ਨਾਲ, ਹਨਾ। ਫਿਰ ਜੇ ਕਿਸੇ ਨੇ ਕਹਿਣਾ ਵੀ ਬੀਬੀ ਤੁਹਾਡੀ ਨੌਂ ਅੱਜ ਟੈਲੀਵਿਜ਼ਨ 'ਚ ਆਈ ਸੀ, ਹਨਾ, ਕਹਿਣਾ ਲੈ ਸਾਡੀ ਬਹੂ ਤਾਂ ਆਉਂਦੀ ਰਹਿੰਦੀ ਹੈ, ਤੁਸੀਂ ਅੱਜ ਤਾਂ ਜਾਂ ਫਿਰ ਬਾਹਰ ਐ ਬੈਠੀ ਹੋਣਾ ਤਾਂ ਕਹਿਣਾ ਕਿਸੇ ਨੇ, ਹਨਾ, ਲੰਘ ਤੇ ਟੱਪਦੇ ਨੇ ਵੀ ਬੀਬੀ ਬੈਠੀ ਆ ਕੀ ਗੱਲ, ਕਿਹੜੇ ਡਾਕੇ ਨਹੀਂ ਆਇਆ ਹਲੇ, ਤੈਨੂੰ ਪਤਾ ਸਾਡੀ ਬਹੂ ਦੀ ਨਾ ਚਿੱਠੀਆਂ ਬਹੁਤ ਆਉਂਦੀਆਂ, ਮੈਂ ਉਹਨਾਂ ਚਿੱਠੀਆਂ ਲੈ ਕੇ ਅੰਦਰ ਜਾਂਦੀ ਆ। ਫਿਰ ਤੇ ਮੈਂ ਸੋਚਦੀ ਹੁੰਦੀ ਆ ਵੀ ਜਿਹੜੀ ਕਈ ਵਾਰੀ ਵੀ ਕੋਈ ਬਗਾਨੇ ਦੀ ਲਿਖੀ ਹੋਈ ਚਿੱਠੀ ਤੁਹਾਡੇ ਘਰ 'ਚ ਆ ਜਾਵੇ ਤਾਂ ਤੁਹਾਡੇ ਬਹੁਤ ਵੱਡਾ ਉਹ ਮੁੱਦਾ ਬਣ ਜਾਂਦਾ ਸੀ, ਕਲੇਸ਼ ਦਾ ਕਾਰਨ, ਵੀ ਤੁਹਾਡੇ ਨੌਂ ਧੀ ਦੇ ਨਾਂ ਤੇ ਚਿੱਠੀ ਆਈ ਤਾਂ ਆਈ ਕਿਵੇਂ ਕਿਸੇ ਦੀ ਲਿਖੀ ਹੋਈ। ਪਰ ਫਿਰ ਉਹ ਉਹਨਾਂ ਚਿੱਠੀਆਂ ਤੇ ਜਾਣੀ ਮਾਣ ਕਰਦੇ ਸੀਗੇ, ਤੇ ਜਿਹੜੇ ਮਤਲਬ ਜਿਹੜੇ ਹੱਥਾਂ ਨਾਲ ਉਹ ਮੇਰੀਆਂ ਕਾਪੀਆਂ ਪਾੜ ਚੁੱਲ੍ਹੇ ਸਿੱਟਦੇ ਸੀਗੇ, ਉਹਨਾਂ ਹੱਥਾਂ ਨਾਲ ਹੀ ਫਿਰ ਮੇਰੇ ਕਵਿਤਾ ਦੇ ਚਿਰਾਗਾਂ ਨੂੰ ਓਟ ਕਰਦੇ ਸੀਗੇ ਵੀ ਕਿਤੇ ਬੁਝ ਨਾ ਜਾਣ। ਬਹੁਤ ਖੂਬ, ਬਹੁਤ ਖੂਬ। ਤੇ ਅਸੀਂ ਇਸੇ ਮੌਕੇ ਤੇ ਇੱਕ ਪਿਆਰੀ ਜੀ ਕੋਈ ਗਜ਼ਲ ਜਾਂ ਕਵਿਤਾ ਜੋ ਤੁਹਾਡੇ ਦਿਲ ਦੇ ਵਿੱਚ ਹੋਵੇ ਅਸੀਂ ਸੁਣਨੀ ਚਾਹਾਂਗੇ। ਪਰਿੰਦੇ ਜਜ਼ਬਿਆਂ ਦੇ ਜਦ ਉਡਾਰੀ ਭਰਨ ਲੱਗਦੇ ਨੇ, ਵਾਹ। ਪਰਿੰਦੇ ਜਜ਼ਬਿਆਂ ਦੇ ਜਦ ਉਡਾਰੀ ਭਰਨ ਲੱਗਦੇ ਨੇ, ਇਹ ਪਿੰਜਰੇ ਪਿਘਲ ਜਾਂਦੇ ਨੇ, ਸ਼ਿਕਾਰੀ ਡਰਨ ਲੱਗਦੇ ਨੇ। ਆਹ ਬਹੁਤ ਖੂਬ। ਕਦੋਂ ਤੱਕ ਰੱਖਿਆ ਜਾਂਦਾ ਦਬਾ ਕੇ ਜੀਉਣ ਦਾ ਜਜ਼ਬਾ, ਕਦੋਂ ਤੱਕ ਰੱਖਿਆ ਜਾਂਦਾ ਦਬਾ ਕੇ ਜੀਉਣ ਦਾ ਜਜ਼ਬਾ, ਲਹੂ ਚੋਂ ਲਹਿਰ ਜਦ ਉੱਠਦੀ ਕਿਨਾਰੇ ਖਰਨ ਲੱਗਦੇ ਨੇ। ਉਹ ਪਾ ਕੇ ਝਾਂਜਰਾਂ ਅੰਗਿਆਰਿਆਂ ਤੋਂ ਇਉਂ ਗੁਜ਼ਰਦੀ ਹੈ, ਉਹ ਪਾ ਕੇ ਝਾਂਜਰਾਂ ਅੰਗਿਆਰਿਆਂ ਤੋਂ ਇਉਂ ਗੁਜ਼ਰਦੀ ਹੈ ਕਿ ਉਸ ਦੀ ਇਸ ਅਦਾ ਤੇ ਚੰਨ ਸੂਰਜ ਮਰਨ ਲੱਗਦੇ ਨੇ। ਬਹੁਤ ਖੂਬ, ਕਿ ਉਸ ਦੀ ਇਸ ਅਦਾ ਤੇ ਚੰਨ ਸੂਰਜ ਮਰਨ ਲੱਗਦੇ ਨੇ। ਬਹੁਤ ਖੂਬ ਜੀ, ਬਹੁਤ ਖੂਬ। ਔਰ ਜੇਕਰ ਅਸੀਂ ਗੱਲ ਕਰਦੇ ਹਾਂ ਇਹਨਾਂ ਲਫ਼ਜ਼ਾਂ ਦੀ, ਇਹ ਲਫ਼ਜ਼ ਸੱਚਮੁੱਚ ਇਹ ਦਬਾਇਆ ਨਹੀਂ ਸੀ ਦਬ ਹੋਣੇ, ਔਰ ਇਹ ਚੁੱਲ੍ਹੇ ਦੇ ਵਿੱਚ ਸਾੜਿਆਂ ਵੀ ਸੜਨੇ ਨਹੀਂ ਸੀ, ਇਹ ਪਾੜਿਆਂ ਵੀ ਫਟਣੇ ਨਹੀਂ ਸੀਗੇ। ਇਹਨਾਂ ਲਫ਼ਜ਼ਾਂ ਨੇ ਕੁਝ ਬਣਨਾ ਸੀ, ਇਹਨਾਂ ਲਫ਼ਜ਼ਾਂ ਨੇ ਸੁਖਵਿੰਦਰ ਅੰਮ੍ਰਿਤ ਬਣਨਾ ਸੀ। ਔਰ ਜਦੋਂ ਸੁਖਵਿੰਦਰ ਅੰਮ੍ਰਿਤ ਬਣ ਗਈ, ਕਿਤਾਬਾਂ ਵੀ ਛਪਣ ਲੱਗ ਗਈਆਂ, ਬਹੂ ਦੀਆਂ ਕੈ ਕਿਤਾਬਾਂ ਆ ਗਈਆਂ, ਸੱਸ ਵੀ ਪੁੱਛਣ ਲੱਗ ਪਈ, ਫਿਰ ਘਰਾਂ ਦੇ ਵਿੱਚ ਮੁਸ਼ਾਇਰਿਆਂ ਦੇ ਸੱਦੇ ਵੀ ਆਉਂਦੇ ਹੋਣਗੇ। ਹਾਂਜੀ, ਫਿਰ ਵੀ ਕੁਸਰ ਮੁਸਰ ਹੁੰਦੀ ਸੀ ਘਰ ਦੇ ਵਿੱਚ। ਹਾਂਜੀ, ਮਤਲਬ ਜਦੋਂ ਸ਼ੁਰੂ ਜਦੋਂ ਮੇਰੀ ਕਿਤਾਬ ਛਪ ਗਈ ਨਾ ਤਾਂ ਬਹੁਤ ਸੋਹਣੇ ਰਿਵਿਊ ਛਪੇ ਅਖਬਾਰਾਂ ਦੇ ਵਿੱਚ, ਫੋਟੋਆਂ ਛਪੀਆਂ ਰਿਲੀਜ਼ ਸਮਾਰੋਹ ਦੀਆਂ, ਤਾਂ ਫਿਰ ਮੈਨੂੰ ਬਹੁਤ ਜ਼ਿਆਦਾ ਮਤਲਬ ਸੱਦੇ ਆਉਣ ਲੱਗ ਪਏ, ਹਨਾ, ਕਵੀ ਦਰਬਾਰਾਂ ਤੇ ਬੁਲਾਉਣ ਲੱਗ ਪਏ, ਸੰਸਥਾਵਾਂ ਵਾਲੇ, ਟੈਲੀਵਿਜ਼ਨ ਵਾਲੇ, ਰੇਡੀਓ ਵਾਲੇ ਸਾਰੇ। ਤਾਂ ਮੈਂ ਦੂਰ ਜਾਣਾ ਮੁਸ਼ਾਇਰਿਆਂ ਤੇ, ਤਾਂ ਪਹਿਲਾਂ ਤਾਂ ਮਤਲਬ ਜੀਵਨ ਸਾਥੀ ਨੂੰ ਮੈਂ ਨਾਲ ਲੈ ਜਾਂਦੀ ਹੁੰਦੀ ਸੀ ਕਿ ਮੈਨੂੰ ਵੀ ਝਿਜਕ ਆਉਂਦੀ ਸੀ ਇਕੱਲੀ ਨੂੰ ਜਾਂਦੀ ਨੂੰ, ਹਨਾ, ਬੱਸਾਂ ਤੇ ਜਾਈਦਾ ਸੀਗਾ ਜਿਵੇਂ ਦੂਜੇ ਸ਼ਹਿਰ ਜਾਣਾ। ਤਾਂ ਫਿਰ ਜਾਣੀ ਕਿ ਜਿਹੜੇ ਮਾਂ ਪਿਓ ਸੀ, ਸੱਸ ਮੇਰੀ, ਹਨਾ, ਉਹਨੇ ਕਹਿਣਾ ਵੀ ਉਹੀ ਗੱਲ ਹੋਈ ਆ, ਤਾਂ ਜੇ ਤੋਂ ਡਰਦੇ ਸੀ ਇਹਦਾ ਹੱਥਾਂ ਚੋਂ ਨਿਕਲ ਗਈ, ਬਹੂ ਨੇ ਮੁੰਡਾ ਵੀ ਮਗਰ ਲਾ ਲਿਆ, ਪਤਾ ਨਹੀਂ ਉਹਦੇ ਸਿਰ ਕੀ ਪਾਤਾ ਵੀ ਉਹਦੀ ਗੱਲ ਵੈਸੇ ਕਹਿੰਦੇ ਉਹਨਾਂ ਨੂੰ ਵੀ ਬਹੁਤ ਗੁਣੇ ਨਾ, ਕੱਲੇ ਫੜਾ ਕੇ ਵੀ ਪਤਾ ਨਹੀਂ ਉਹਦੇ ਸਿਰ ਕੀ, ਹਾਂਜੀ ਬਹੁਤ ਪਤਾ ਨਹੀਂ ਉਹਦੇ ਸਿਰ ਕੀ ਪਾ ਲਿਆ, ਪਤਾ ਨਹੀਂ ਕੀ ਟੂਣਾ ਕਰਤਾ, ਹਨਾ, ਏਦਾਂ ਬਸ ਮਤਲਬ ਨਾ ਉਹ ਕਹਿਣਾ ਉਹਨਾਂ ਨੇ ਵੀ ਇਹ ਤਾਂ ਹੁਣ ਉਹਦੇ ਮਗਰ ਲੱਗ ਗਿਆ ਤੇ ਉਹਦੇ ਨਾਲ ਤੁਰਿਆ ਫਿਰਦਾ ਤੇ ਨਾਲ ਲੈ ਕੇ ਜਾਂਦਾ। ਸੋ ਏਦਾਂ ਦੀਆਂ ਗੱਲਾਂ ਹੁੰਦੀਆਂ ਸੀ ਕਾਫੀ। ਮਤਲਬ ਆਗਿਆ ਮਿਲਣ ਤੋਂ ਬਾਅਦ ਵੀ, ਕਿਤਾਬ ਛਪਣ ਤੋਂ ਬਾਅਦ ਵੀ ਜਦੋਂ ਕਿਤੇ ਜਾਣਾ ਆਉਣਾ ਬਹੁਤ ਵੱਡੀ ਜਾਣੀ ਸਮੱਸਿਆ ਹੁੰਦੀ ਸੀਗੀ, ਛੇਤੀ ਮਤਲਬ ਆਗਿਆ ਨਹੀਂ ਸੀ ਮਿਲਦੀ ਜਾਣ ਦੀ। ਤੁਹਾਨੂੰ ਪਸੰਦ ਕਰਨ ਵਾਲੇ ਸੁਖਵਿੰਦਰ ਅੰਮ੍ਰਿਤ ਜੀ ਬਹੁਤ ਨੇ, ਉਹਨਾਂ ਦੇ ਵਿੱਚੋਂ ਮੈਂ ਤੇ ਜੋਗੀ ਵੀ ਹਾਂ। ਬਿਲਕੁਲ ਤੇ ਸਾਡੇ ਵਰਗੇ ਹੋਰ ਵੀ ਬਹੁਤ ਨੇ ਜਿਹੜੇ ਤੁਹਾਨੂੰ ਪਸੰਦ ਕਰਦੇ ਨੇ, ਤੁਹਾਡੀ ਸ਼ਾਇਰੀ ਨੂੰ ਪਸੰਦ ਕਰਦੇ ਨੇ, ਤੁਹਾਡੀ ਲੇਖਣੀ ਨੂੰ ਪਸੰਦ ਕਰਦੇ ਨੇ। ਪਰ ਇਹ ਤਾਂ ਅਸੀਂ ਕਹਿ ਨਹੀਂ ਸਕਦੇ ਕਿ ਆਲੋਚਕ ਵੀ ਨਾਲ ਜ਼ਰੂਰ ਹੁੰਦੇ ਹੋਣਗੇ। ਹਾਂਜੀ, ਹਾਂ। ਆਲੋਚਕਾਂ ਨੂੰ ਤੁਸੀਂ ਕਿਸ ਨਜ਼ਰ ਨਾਲ ਲੈਂਦੇ ਹੋ? ਨੀਤੂ, ਮੈਂ ਸੋਚਦੀ ਹਾਂ ਵੀ ਜਿਹੜੇ ਆਲੋਚਕ ਆ ਨਾ, ਇਹ ਹੋਣੇ ਬਹੁਤ ਜ਼ਰੂਰੀ ਆ ਜੀ। ਜਿੰਨਾ ਚਿਰ ਤੁਹਾਡੀ ਆਲੋਚਨਾ ਨਹੀਂ ਹੁੰਦੀ, ਤੁਹਾਡੇ ਵਿੱਚ ਤੁਹਾਡੀਆਂ ਮਤਲਬ ਔਗਣ ਗੁਣ ਕਮੀਆਂ ਕੋਈ ਪਰਖਣ ਵਾਲਾ, ਕੋਈ ਦੱਸਣ ਵਾਲਾ ਨਹੀਂ ਹੈਗਾ, ਤਾਂ ਤੁਹਾਨੂੰ ਨਾ ਪਤਾ ਨਹੀਂ ਲੱਗਦਾ ਹੈਗਾ ਵੀ ਤੁਸੀਂ ਕਿੱਥੇ ਕੁ ਤੁਰ ਰਹੇ ਆ, ਕਿੱਥੇ ਕੁ ਪਹੁੰਚ ਰਹੇ ਆ ਤੁਸੀਂ।
ਤਾਂ ਜਿਹੜੇ ਮੇਰੇ ਆਲੋਚਕ ਆ ਉਹਨਾਂ ਨੇ ਮਤਲਬ ਮੇਰੀ ਪ੍ਰਸ਼ੰਸਾ ਵੀ ਬਹੁਤ ਕੀਤੀ ਤਾਂ ਮੇਰੀਆਂ ਜਿਹੜੀਆਂ ਕਮੀਆਂ ਬਾਰੇ ਉਹਨਾਂ ਬਾਰੇ ਵੀ ਮੈਨੂੰ ਦੱਸਿਆ ਜੀ ਲਿਖਿਆ ਤੇ ਕਈਆਂ ਨੇ ਥੋੜਾ ਜਿਹਾ ਚਲੋ ਗੈਰ ਵਾਜਬ ਵੀ ਕਹੇ ਜ਼ਿਆਦਤੀ ਵੀ ਕੀਤੀ ਹੈ ਨਾ ਤਾਂ ਮੈਂ ਉਹਨਾਂ ਦਾ ਸਾਰਿਆਂ ਦਾ ਹੀ ਬਹੁਤ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਥੋੜਾ ਮੈਨੂੰ ਕਦੀ ਕਦੇ ਲੱਗਦਾ ਹੁੰਦਾ ਵੀ ਜ਼ਿਆਦਤੀ ਕੀਤੀ ਹੈ ਨਾ ਜੀ ਮੇਰੇ ਨਿੱਜੀ ਜੀਵਨ ਬਾਰੇ ਵੀ ਟਿੱਪਣੀਆਂ ਕੀਤੀਆਂ ਤਾਂ ਮੈਂ ਕਹਿੰਦੀ ਚੱਲ ਕੋਈ ਨਾ ਵੀ ਜਦੋਂ ਉਹਨਾਂ ਨੇ ਮੈਨੂੰ ਕੁਝ ਕਿਹਾ ਨਾ ਤੇ ਮੇਰੀ ਜਿਹੜੀ ਕਵਿਤਾ ਦੇ ਵਿੱਚ ਹੋਰ ਰੂਹ ਹੋਰ ਜੋਸ਼ ਹੋਰ ਮਤਲਬ ਜਿਹੜੀਆਂ ਇਨਕਲਾਬੀ ਰੰਗ ਵਾਲੀਆਂ ਜੋਸ਼ ਵਾਲੀਆਂ ਰੂਹ ਵਾਲੀਆਂ ਬਦਰੂਹ ਵਾਲੀਆਂ ਜਿਹੜੀਆਂ ਜ਼ਿਆਦਾ ਰਚਨਾਵਾਂ ਮੈਥੋਂ ਉਹਨਾਂ ਨੇ ਲਿਖਵਾਈਆਂ ਬਿਲਕੁਲ ਜਦੋਂ ਮੈਂ ਐਂ ਕਹਿੰਦੀ ਆ ਨਾ ਵੀ ਭੰਵਰਿਆਂ ਦੀ ਹਰ ਇੱਕ ਬੈਠਕ ਇਹੋ ਮੁੱਦਾ ਉਠਾਉਂਦੀ ਹੈ ਉਹਨਾਂ ਦੇ ਹੁੰਦਿਆਂ ਤਿਤਲੀ ਦੇ ਸਿਰ ਤੇ ਤਾਜ ਕਿਉਂ ਹੋਵੇ ਤੂੰ ਇਹਨਾਂ ਸ਼ਿਕਰਿਆਂ ਦੇ ਵਾਸਤੇ ਬਣ ਕੇ ਚੁਣੌਤੀ ਰਹਿ ਝੁਕੇ ਕਿਉਂ ਸਿਰ ਤੇਰਾ ਨੀਵੀਂ ਤੇਰੀ ਪਰਵਾਜ਼ ਕਿਉਂ ਹੋਵੇ ਇਹ ਮਰ ਮਰ ਕੇ ਜਿਉਣਾ ਛੱਡ ਬਗਾਵਤ ਕਰ ਤੇ ਟੱਕਰ ਲੈ ਤੇਰੇ ਹਿੱਸੇ ਦੀ ਦੁਨੀਆ ਤੇ ਕਿਸੇ ਦਾ ਰਾਜ ਕਿਉਂ ਹੋਵੇ ਬਹੁਤ ਖੂਬ ਤੇ ਸ਼ਾਇਦ ਇਹ ਉਹਨਾਂ ਦੀ ਕਿਰਪਾ ਵਾ ਬਿਲਕੁਲ ਜੀ ਔਰ ਸੱਚਮੁੱਚ ਅੱਜ ਦੀ ਜਿਹੜੀ ਇਹ ਸਾਡੀ ਗੱਲਬਾਤ ਹੈ ਨਾ ਕਾਫੀ ਸਾਹਿਤਕ ਰੰਗ ਦੇ ਵਿੱਚ ਰੰਗੀ ਹੋਈ ਔਰ ਸੱਚਮੁੱਚ ਉਹ ਖੁਸ਼ੀ ਦੇ ਪਲ ਉਹ ਦੁੱਖ ਦੀਆਂ ਘੜੀਆਂ ਵੀ ਉਹ ਇੱਕ ਕਿਸਮ ਦਾ ਆਪਣੀ ਕਵਿਤਾ ਦੇ ਉੱਪਰ ਤਸ਼ੱਦਦ ਵੀ ਸਿਆ ਤੇ ਪਰ ਹੁਣ ਕੀ ਲੱਗਦਾ ਹੈ ਅਜੋਕੇ ਸਮੇਂ ਦੇ ਵਿੱਚ ਜਾਂਦੇ ਜਾਂਦੇ ਥੋੜੇ ਜਿਹੇ ਲਫ਼ਜ਼ਾਂ ਦੇ ਵਿੱਚ ਕੀ ਕਹੋਗੇ ਕਿ ਕੁੜੀਆਂ ਦੇ ਲਈ ਰਾਹ ਮੋਕਲੇ ਹੋ ਗਏ? ਹਾਂਜੀ ਜੋਗੀ ਜੀ ਕਾਫੀ ਸੁਧਾਰ ਦੇਖ ਰਹੀ ਹਾਂ ਮੈਂ ਬਾਹਰ ਜਿਹੜਾ ਸੁਧਾਰ ਦਿਸਦਾ ਆਪਾਂ ਨੂੰ ਸਾਰਿਆਂ ਨੂੰ ਮੈਂ ਉਹਦੀ ਗੱਲ ਨਹੀਂ ਕਰਦੀ ਮੈਂ ਹਮੇਸ਼ਾ ਆਪਣੇ ਘਰ ਤੋਂ ਸ਼ੁਰੂ ਕਰਦੀ ਹਾਂ ਗੱਲ ਮੈਂ ਦੇਖਦੀ ਹਾਂ ਵੀ ਜਿਹੜੀ ਮੇਰੀ ਮਾਂ ਨੇ ਜੂਨ ਹੰਡਾਈ ਉਹਦੇ ਤੋਂ ਮੇਰੀ ਜ਼ਿੰਦਗੀ ਬਿਹਤਰ ਆ ਚਾਹੇ ਮੈਂ ਜੂਝ ਕੇ ਪ੍ਰਾਪਤ ਕੀਤੀ ਔਰ ਮੇਰੀ ਜ਼ਿੰਦਗੀ ਨਾਲੋਂ ਮੇਰੀ ਨੌਂ ਧੀ ਦੀ ਜ਼ਿੰਦਗੀ ਬਿਹਤਰ ਆ ਉਹਨਾਂ ਨੂੰ ਆਪੇ ਮਿਲ ਗਈ ਮਤਲਬ ਸਮੇਂ ਦੇ ਹਿਸਾਬ ਨਾਲ ਜਿਵੇਂ ਸਮਾਂ ਬਦਲਿਆ ਹੁਣ ਮੈਂ ਸੋਚਦੀ ਆ ਵੀ ਜਿਹੜੀ ਮੇਰੀ ਦੋਤੀ ਤੇ ਪੋਤੀ ਆ ਉਹ ਹੋਰ ਸੋਹਣੀ ਜ਼ਿੰਦਗੀ ਜਿਉਣਗੀਆਂ ਹੋਰ ਜ਼ਿਆਦਾ ਹਾਲਾਤ ਹੁਣ ਵਧੀਆ ਹੋ ਰਹੇ ਆ ਔਰ ਜਿਹੜਾ ਸਾਡਾ ਔਰਤ ਤੇ ਮਰਦ ਵਿਚਲਾ ਜਿਹੜਾ ਪਾੜਾ ਵਾ ਇਹ ਵੀ ਹੌਲੀ ਹੌਲੀ ਮੈਨੂੰ ਲੱਗਦਾ ਵੀ ਮਿਟ ਜੂਗਾ 2-3 ਪੀੜ੍ਹੀਆਂ ਤੱਕ ਸ਼ਾਇਦ ਅਸੀਂ ਬਰਾਬਰ ਦੇ ਇਨਸਾਨਾਂ ਵਾਂਗੂ ਜਿਉਣੇ ਸ਼ੁਰੂ ਇਹੀ ਹਾਂ ਪੱਖੀ ਨਜ਼ਰੀਆ ਜੇ ਔਰਤ ਦਾ ਹੋਵੇ ਤਾਂ ਸਮਾਜ ਜਿਹੜਾ ਸਾਡਾ ਹੋਰ ਵੀ ਜ਼ਿਆਦਾ ਤਰੱਕੀ ਕਰ ਸਕਦਾ ਹੈ। ਸੋ ਸੁਖਵਿੰਦਰ ਅਮਰਿਤ ਜੀ ਸਾਡੇ ਸਟੂਡੀਓ ਦੇ ਵਿੱਚ ਆਏ ਔਰ ਇੰਨੀ ਸਾਰੀ ਜਾਣਕਾਰੀ ਇੰਨੇ ਜ਼ਿਆਦਾ ਸਾਹਿਤਕ ਸਫ਼ਰ ਸਾਡੇ ਨਾਲ ਸਾਂਝਾ ਕੀਤਾ। ਤੁਹਾਡਾ ਸਟੂਡੀਓ ਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ। ਬਹੁਤ ਮਿਹਰਬਾਨੀ ਜੀ। ਧੰਨਵਾਦ ਜੀ ਤੁਹਾਡਾ ਵੀ।